द्वै उमराव लाहौर के, दिल्ली के मंग जात। दो ਵੱਡੇ ਅਫਸਰ ਸੀ, ਲਾਹੌਰ ਦੇ ਰਹਿਣ ਵਾਲੇ, ਉਹ ਦਿੱਲੀ ਨੂੰ ਜਾ ਰਹੇ ਸੀ। ਇਹ ਪੜਤਾਲ ਤਾਂ ਰੱਖਦੇ ਹੀ ਸੀ, ਧਿਆਨ ਰੱਖਦੇ ਸੀ ਵੀ ਕੋਈ ਲੰਘਦਾ ਜਾਂਦਾ ਅਫਸਰ ਮਿਲੇ, ਉਹਦੇ ਨਾਲ ਫੌਜਾਂ ਹੋਣ ਤੇ ਉਹਨੂੰ ਗੁਰੂ ਜੀ ਤੇ ਚੜਾਈਏ, ਹਮਲਾ ਕਰਿਓ ਗੁਰੂ ਜੀ ਤੇ ਚਮਕੌਰ ਸਾਹਿਬ। ਦੋ ਮਰਾਬ ਸੀ, ਦੋ ਅਫਸਰ ਸਨ ਲਾਹੌਰ ਦੇ ਰਹਿਣ ਵਾਲੇ, ਉਹ ਦਿੱਲੀ ਨੂੰ ਜਾ ਰਹੇ ਸਨ। ਭੀਮ ਚੰਦ ਸੁਣ ਬਾਤ ਕੋ, ਘਾਤ ਜਾਨ ਭਲ ਪਾਂਤ। ਰਾਜੇ ਭੀਮ ਚੰਦ ਨੇ ਜਦੋਂ ਇਹ ਗੱਲ ਸੁਣੀ ਵੀ ਦੋ ਅਫਸਰ ਨੇ, ਉਹਨਾਂ ਨਾਲ ਫੌਜਾਂ ਵੀ ਨੇ, ਤਾਂ ਉਸੇ ਵਕਤ ਇਹਨੇ ਘਾਤ ਪਾ ਕੇ, ਸਮਾਂ ਪਾ ਕੇ ਵੀ ਇਹ ਵੇਲਾ ਜੇ ਹੱਥੋਂ ਲੰਘ ਗਿਆ ਨਹੀਂ ਮੁੜ ਕੇ ਆਉਣਾ। ਇਹ ਤਾਂ ਬੜਾ ਵਧੀਆ ਸਬੱਬ ਬਣ ਗਿਆ ਕਿ ਗੁਰੂ ਜੀ ਹਾਲੇ ਚਮਕੌਰ ਸਾਹਿਬ ਹੀ ਨੇ, ਮੈਂ ਉਹਨਾਂ ਦੋਨਾਂ ਨਵਾਬਾਂ ਨੂੰ ਮਿਲਾਂ, ਅਫਸਰਾਂ ਨੂੰ ਮਿਲਾਂ, ਮਿਲ ਕੇ ਉਹਨਾਂ ਨੂੰ ਗੁਰੂ ਜੀ ਤੇ ਹਮਲਾ ਕਰਕੇ ਚੜਾ ਕੇ ਲਿਆਵਾਂ। ਚੌਪਈ ਆਦਿਕ ਭੂਮ ਚੰਦ ਹੰਡੂਰੀ। ਰਾਜਾ ਭੂਪ ਚੰਦ ਹੰਡੂਰੀ, ਉਹਦੇ ਨਾਲ ਵੀ ਭੀਮ ਚੰਦ ਨੇ ਸਲਾਹ ਕੀਤੀ। ਸਭ ਕੇ ਸੰਗ ਗਿਣੇ ਬਦਰੂਰੀ। ਬਾਕੀ ਪਹਾੜੀ ਰਾਜਿਆਂ ਨਾਲ ਵੀ ਸਲਾਹ ਕਰ ਲਈ ਵੀ ਆਪਾਂ ਆਹ ਕੰਮ ਕਰੀਏ, ਆਪਾਂ ਨੂੰ ਜਾਣ ਦੀ ਲੋੜ ਨਹੀਂ। ਉਹ ਜਿਹੜੇ ਦੋ ਮਰਾਬ ਆਉਂਦੇ ਨੇ, ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਨੂੰ ਹੀ ਲੜਾ ਦਈਏ ਬਾਹਰੋਂ ਬਾਹਰ ਗੁਰੂ ਜੀ ਦੇ ਨਾਲ। ਔਚਕ ਆਨ ਬਣੀ ਕਿਉਂ ਟਰੋ। ਕਹਿੰਦੇ ਬੜੀ ਵਧੀਆ ਵਿਧੀ ਆਣ ਬਣੀ ਆ, ਅਚਾਨਕ ਸਾਨੂੰ ਪਰਮੇਸ਼ਰ ਨੇ ਵਿਧੀ ਦੇ ਦਿੱਤੀ ਹੈ, ਆਪਾਂ ਨੂੰ ਹੁਣ ਇਸ ਵਿਧੀ ਤੋਂ ਟਲਣਾ ਨਹੀਂ ਚਾਹੀਦਾ। ਤੁਰਕ ਲੜਾਵੋ ਆਪ ਨ ਲੜੋ। ਆਪਾਂ ਨੂੰ ਲੜਨ ਦੀ ਲੋੜ ਨਹੀਂ, ਬਸ ਉਹਨਾਂ ਨੂੰ ਲੜਾ ਦਈਏ। ਆਪਾਂ ਤਾਂ ਬਸ ਲਾਲਚ ਹੀ ਦੇਣਾ ਉਹਨਾਂ ਅਫਸਰਾਂ ਨੂੰ, ਉਹ ਆਪੇ ਹੀ ਲੜਨ ਆ ਜਾਣਗੇ ਗੁਰੂ ਜੀ ਦੇ ਨਾਲ, ਉਹ ਆਪ ਹੀ ਆ ਕੇ ਗੁਰੂ ਜੀ ਤੇ ਹਮਲਾ ਕਰ ਦੇਣਗੇ, ਸਾਨੂੰ ਲੜਨ ਦੀ ਲੋੜ ਨਹੀਂ ਪੈਣੀ। ਕੇਤਿਕ ਦਰਬ ਦਿਓ ਉਮਰਾਉ। ਉਹਨਾਂ ਦੋਨਾਂ ਉਮਰਾਵਾਂ ਨੂੰ ਪੈਸੇ ਦਾ ਲਾਲਚ ਦੇ ਦਈਏ। ਸਤਿਗੁਰ ਪੁਰਬਾ ਹਰ ਪਰਥਾਉ। ਔਰ ਗੁਰੂ ਜੀ ਤਾਂ ਇਸ ਵੇਲੇ ਚਮਕੌਰ ਸਾਹਿਬ ਬਾਹਰ ਹੀ ਬੈਠੇ ਨੇ ਤੇ ਬਾਹਰ ਹੀ ਉਹਨਾਂ ਤੇ ਹਮਲਾ ਕਰਵਾ ਦਈਏ। ਨਹੀਂ ਦੁਰਗ ਬੜ ਲਰਬੇ ਕਾਰਨ। ਉੱਥੇ ਉਹਨਾਂ ਕੋਲ ਲੜਨ ਵਾਸਤੇ ਕੋਈ ਕਿਲਾ ਨਹੀਂ ਹੈ, ਬਾਹਰ ਰੜੇ ਦੇ ਉੱਤੇ ਬੈਠੇ ਨੇ, ਕਿਲਾਬੰਦੀ ਉਹਨਾਂ ਨੇ ਨਹੀਂ ਕੀਤੀ ਹੋਈ। ਥੋੜੇ ਸਿੰਘ ਤਰੇ ਹਥਿਆਰਨ। ਫਿਰ ਥੋੜੇ ਜਿਹੇ ਸਿਪਾਹੀ ਨੇ, ਉਹਨਾਂ ਨਾਲ ਫੌਜਾਂ ਵੀ ਉਹਨਾਂ ਦੀਆਂ ਕੋਈ ਨਹੀਂ ਹਨ। ਅੱਧੀ ਤੋਂ ਵੱਧ ਫੌਜ ਤਾਂ ਆਨੰਦਪੁਰ ਸਾਹਿਬ ਬੈਠੀ ਹੈ, ਥੋੜੇ ਜਿਹੇ ਗਿਣਤੀ ਦੇ ਸੂਰਮੇ ਗੁਰੂ ਜੀ ਦੇ ਨਾਲ ਹਨ। ਆਪ ਆਪਣੇ ਆਹ ਟਿਕਾਣੇ। ਉਹਨਾਂ ਦੀਆਂ ਜਿਹੜੀਆਂ ਬਾਕੀ ਫੌਜਾਂ ਨੇ ਸਾਰੀਆਂ ਆਪੋ ਆਪਣੇ ਟਿਕਾਣਿਆਂ ਤੇ ਟਿਕੀਆਂ ਹੋਈਆਂ। ਸੋ ਨ ਪਹੁੰਚ ਸਕੇ ਤਿਸ ਥਾਨੇ। ਤੇ ਉਹਨਾਂ ਦਾ ਉੱਥੇ ਪਹੁੰਚ ਸਕਣਾ ਔਖਾ ਹੋਣਾ, ਕਿਉਂਕਿ ਉਹ ਜੇ ਗੁਰੂ ਜੀ ਕੋਲ ਪਹੁੰਚਣਾ ਵੀ ਚਾਹਣਗੇ ਤੇ ਪਹੁੰਚ ਨਹੀਂ ਸਕਣਗੇ। ਭੇੜ ਅਚਾਨਕ ਹੀ ਬਣ ਜਾਏ। ਇਹ ਤਾਂ ਬਸ ਅਚਾਨਕ ਹੀ ਭੇੜ ਬਣ ਜਾਣਾ, ਜੇ ਉਹ ਦੋਵੇਂ ਅਫਸਰ ਆਪਣੀ ਗੱਲ ਮੰਨ ਜਾਣ, ਉਹ ਹਮਲਾ ਕਰ ਦੇਣ ਗੁਰੂ ਜੀ ਦੇ ਉੱਤੇ, ਤੇ ਬਸ ਵੇ ਤਾਂ ਅਚਾਨਕ ਹੀ ਹਮਲਾ ਹੋਵੇਗਾ। ਕੌਣ ਲੜਾ ਤੁਰਕਨ ਅਗਵਾਏ। ਉਹ ਤੁਰਕ ਏਡੇ ਬਲੀ ਨੇ, ਯੋਧੇ ਨੇ, ਇਹੋ ਜੀ ਕਿਹਦੇ ਚ ਇੰਨੀ ਤਾਕਤ ਹੈ ਵੀ ਜਿਹੜਾ ਉਹਨਾਂ ਦੇ ਸਾਹਮਣੇ ਖਲੋ ਕੇ ਉਹਨਾਂ ਨਾਲ ਲੜ ਸਕੇ। ਲੁੱਟ ਜਾਵੇ ਸਤਿਗੁਰ ਕੋ ਡੇਰਾ। ਔਰ ਗੁਰੂ ਜੀ ਦਾ ਇੱਥੋਂ ਡੇਰਾ ਉੱਠ ਜਾਏਗਾ, ਉਹਨਾਂ ਨੂੰ ਇਹ ਜਗ੍ਹਾ ਛੱਡ ਕੇ ਜਾਣਾ ਪਵੇਗਾ। ਕਿ ਮਹੂ ਬਚੇ ਨਾ ਹੋਏ ਪਟ ਪੇਰਾ। ਤੇ ਏਡੇ ਵੱਡੇ ਭਟਾਂ ਨਾਲ, ਸੂਰਮਿਆਂ ਨਾਲ ਭੇੜ ਕਰਕੇ ਗੁਰੂ ਜੀ ਦਾ ਬਚਾਅ ਨਹੀਂ ਹੋ ਸਕਣਾ। ਉਹਨਾਂ ਦੇ ਜਿਹੜੇ ਗਿਣੇ ਚੁਣੇ ਸੂਰਮੇ ਨੇ, ਉਹਨਾਂ ਦੇ ਨਾਲ ਉਹ ਵੀ ਨਹੀਂ ਬਚਣਗੇ। ਅਤੇ ਹੋ ਜਾਏ ਗੁਰ ਕਿਦੋਂ ਪਲਾਏ। ਜਾਂ ਤਾਂ ਗੁਰੂ ਜੀ ਜੰਗ ਦੇ ਮੈਦਾਨ 'ਚ ਮਾਰੇ ਜਾਣਗੇ, ਜਾਂ ਫਿਰ ਉਹ ਜਗ੍ਹਾ ਛੱਡ ਕੇ ਉੱਥੋਂ ਪਲਾਇਣ ਹੋ ਜਾਣਗੇ, ਭੱਜ ਜਾਣਗੇ। ਹਮਾਰੀ ਬਾਤ ਪਲੀ ਬਣ ਜਾਏ। ਸਾਡੀ ਗੱਲ ਇੱਥੇ ਘਰ ਬੈਠਿਆਂ ਬੈਠੇ ਹੀ ਬਣ ਜਾਣੀ ਹੈ। ਆਪਾਂ ਨੂੰ ਨਾ ਲੜਨਾ ਪੈਣਾ, ਨਾ ਜਾਣਾ ਪੈਣਾ, ਤੇ ਆਪਣੇ ਹੱਥਾਂ ਦੇ ਵਿੱਚ ਤਾਂ ਲੱਡੂ ਨੇ ਦੋਹਾਂ ਵਿੱਚ। ਜੇ ਮਾਰੇ ਗਏ ਗੁਰੂ ਤਾਂ, ਜੇ ਭੱਜ ਗਏ ਤੇ ਤਾਂ ਵੀ ਸਾਡੇ ਹੱਥ ਵਿੱਚ ਲੱਡੂ ਹੈ। ਨਹੀਂ ਕਲਗੀ ਤਰ ਕਰੇ ਬਿਗਾਰਾ। ਗੁਰੂ ਜੀ ਦੇ ਨਾਲ ਆਪਣਾ ਕਿਹੜਾ, ਆਪਾਂ ਵਿਗਾੜ ਨਹੀਂ ਕਰਨਾ। ਉਤੋਂ ਆਪਾਂ ਫਿਰ ਗੁਰੂ ਜੀ ਨਾਲ ਮਿੱਠੇ ਵੀ ਮੰਨ ਜਾਾਂਗੇ। ਜੇ ਉਹ ਜਿੱਤ ਵੀ ਗਏ ਗੁਰੂ ਜੀ, ਤੇ ਆਪਾਂ ਗੁਰੂ ਜੀ ਵੱਲ ਜਾ ਕੇ ਕਹਾਂਗੇ, ਗੁਰੂ ਜੀ ਤੁਸੀਂ ਸਾਨੂੰ ਯਾਦ ਨਹੀਂ ਕੀਤਾ, ਜੰਗ ਹੋਇਆ। ਆਪਾਂ ਸਗੋਂ ਉਤੋਂ ਵੱਲੀ ਦੀ ਹੋਵਾਂਗੇ। ਇਹ ਗੱਲ ਨਹੀਂ ਆਪਾਂ ਪ੍ਰਗਟ ਹੋਣ ਦੇਣੀ
ਕਿ ਉਹ ਜਿਹੜੇ ਦੋ ਅਫਸਰ ਨੇ ਉਹਨਾਂ ਨੂੰ ਅਸੀਂ ਲਾਲਚ ਦੇ ਕੇ ਗੁਰੂ ਜੀ ਤੇ ਭੇਜਿਆ ਹੈ। ਹਮਰੋ ਦੇਸ਼ ਨਿਰਭੈ ਹੋਏ ਸਾਰਾ, ਔਰ ਗੁਰੂ ਜੀ ਸਾਡੇ ਕਾਬੂ 'ਚ ਰਹਿਣਗੇ ਤੇ ਸਾਡਾ ਜਿਹੜਾ ਦੇਸ਼ ਹੈ ਉਹ ਨਿਰਭੈ ਹੋ ਕੇ ਰਹੇਗਾ। ਮਗਨ ਸਭਨ ਪ੍ਰਧਾਨ ਪਠਾਏ, ਏਦਾਂ ਵਿਚਾਰ ਕਰਕੇ ਨਾ ਪਹਾੜੀਆਂ ਨੇ ਆਪਣਾ ਇੱਕ ਪ੍ਰਧਾਨ ਵਜ਼ੀਰ ਜਿਹੜਾ ਮੁਖੀ ਸੀ ਉਹਨੂੰ ਭੇਜਿਆ। ਮਿਲੇ ਪੰਥ ਮੈਂ ਹੋਏ ਅਗਵਾਏ, ਉਹ ਜਾ ਕੇ ਅੱਗੇ ਨਾ ਦੋਨਾਂ ਅਫਸਰਾਂ ਨੂੰ ਮਿਲੇ। ਇਹ ਜਿਹੜੇ ਅਫਸਰ ਲਾਹੌਰ ਤੋਂ ਦਿੱਲੀ ਜਾ ਰਹੇ ਸਨ, ਉਹਨਾਂ ਦੋਨਾਂ ਅਫਸਰਾਂ ਨੂੰ ਜਾ ਕੇ ਭੀਮ ਚੰਦ ਦਾ ਜਿਹੜਾ ਵਜ਼ੀਰ ਸੀ ਉਹ ਮਿਲਿਆ। ਸਭ ਰਾਜਨ ਕੋ ਕਹਿਓ ਸੁਨਾਇਓ, ਸਾਰੇ ਪਹਾੜੀ ਰਾਜਿਆਂ ਦੀ ਜਿਹੜੀ ਕਹਿਵਤ ਸੀ ਉਹ ਜਾ ਕੇ ਨਾ ਦੋਨਾਂ ਅਫਸਰਾਂ ਨੂੰ ਇਹਨੇ ਸੁਣਾਈ। ਰਘੂ ਦਲ ਜੁਤ ਗੁਰ ਸਿਵਰ ਬਤਾਇਓ, ਕਹਿਣ ਲੱਗੇ ਜੀ ਗੁਰੂ ਜੀ ਕੋਲ ਬਿਲਕੁਲ ਗਿਣਤੀ ਦੇ ਕੁਝ ਕਸੂਰਮੇ ਹੋਣਗੇ 100-200, ਔਰ ਉਹ ਚਮਕੌਰ ਦੇ ਇਲਾਕੇ ਦੇ ਵਿੱਚ ਬਾਹਰ ਹੀ ਉਤਰੇ ਹੋਏ ਨੇ, ਉਹਨਾਂ ਦੇ ਆਲੇ ਦੁਆਲੇ ਕੋਈ ਕਿਲਾਬੰਦੀ ਵੀ ਨਹੀਂ ਹੈ। ਮਜਲ ਮਜਲ ਪ੍ਰਾਤ ਦਰਬ ਹਜ਼ਾਰ, ਤੇ ਤੁਸੀਂ ਉਹਨਾਂ ਤੇ ਹਮਲਾ ਕਰੋ, ਤੁਹਾਨੂੰ ਇੱਕ ਇੱਕ ਮਜਲ ਦਾ 1000 ਰੁਪਈਆ ਦੇਾਂਗੇ। ਯਾਨੀ ਕਿ ਜਿੰਨੇ ਪੜਾਅ ਕਰੋਗੇ ਰਸਤੇ 'ਚ, ਇੱਕ ਇੱਕ ਪੜਾਅ ਤੇ ਤੁਹਾਨੂੰ 1000 ਰੁਪਈਆ ਅਸੀਂ ਦੇਵਾਂਗੇ। 1000 ਰੁਪਈਆ ਬਹੁਤ ਹੁੰਦਾ ਸੀ ਉਹਨਾਂ ਵੇਲਿਆਂ 'ਚ। ਇੱਕ ਇੱਕ ਪੜਾਅ ਦਾ ਤੁਹਾਨੂੰ 1000 ਰੁਪਈਆ ਅਸੀਂ ਪਹਾੜੀ ਰਾਜਿਆਂ ਵੱਲੋਂ ਦੇਵਾਂਗੇ। ਹਮਰੋ ਕਾਰਜ ਦੇਹੋ ਸੁਧਾਰ, ਬਸ ਸਾਡਾ ਕੰਮ ਕਰ ਦਿਓ, ਜਾਂ ਤਾਂ ਗੁਰੂ ਜੀ ਨੂੰ ਉੱਥੋਂ ਭਜਾ ਦਿਓ ਜਾਂ ਫਿਰ ਜੰਗ ਦੇ ਮੈਦਾਨ 'ਚ ਉਹਨਾਂ ਨੂੰ ਮਾਰ ਦਿਓ। ਹਜ਼ਰਤ ਕੇ ਸੰਗ ਸਦਾ ਬਖੇਰਾ, ਨਾਲੇ ਤੁਹਾਨੂੰ ਉਧਰੋਂ ਦਿੱਲੀ ਸਰਕਾਰ ਵੱਲੋਂ ਵੀ ਸ਼ਾਬਾਸ਼ ਮਿਲੇਗੀ, ਕਿਉਂਕਿ ਗੁਰੂ ਜੀ ਔਰੰਗਜ਼ੇਬ ਬਾਦਸ਼ਾਹ ਦੇ ਖਿਲਾਫ ਲੜ ਰਹੇ ਹਨ। ਖੁਸ਼ੀ ਹੋਏ ਸੁਣ ਕੇ ਤਿਸ ਬੇਰਾ, ਔਰੰਗਜ਼ੇਬ ਵੀ ਬੜਾ ਖੁਸ਼ ਹੋਵੇਗਾ ਤੁਹਾਡੇ ਤੇ, ਉਹ ਵੀ ਤੁਹਾਨੂੰ ਇਨਾਮ ਤੇ ਖਿਲਤਾਂ ਦੇਵੇਗਾ। ਲੁਧਕ ਨਗਰ ਕੇ ਪੰਥ ਨ ਜਾਵੋ, ਤੁਸੀਂ ਲੁਧਿਆਣੇ ਵਾਲੇ ਰਸਤਿਓਂ ਨਾ ਜਾਓ। ਲੁਧਕ ਦਾ ਮਤਲਬ ਹੁੰਦਾ ਲੁਧਿਆਣੇ ਵਾਲਾ ਜਿਹੜਾ ਰਸਤਾ ਹੈ, ਉਸ ਰਸਤੇ ਨਾ ਜਾ ਕੇ ਤੁਸੀਂ ਆਹ ਜਿਹੜਾ ਰਸਤਾ ਹੈ ਚਮਕੌਰ ਸਾਹਿਬ ਵਾਲਾ, ਇਸ ਪਾਸਿਓਂ ਚੱਲ ਕੇ ਆ ਜਾਓ। ਘਾਟ ਦੂਸਰੇ ਸੁਗਮ ਸਦਾਵੋ, ਇੱਧਰ ਵੀ ਘਾਟ ਹੈ ਜਿਹੜਾ ਸਤਲੁਜ ਦਰਿਆ ਦਾ, ਤੁਸੀਂ ਉਧਰੋਂ ਵੀ ਟੱਪਣਾ ਲੁਧਿਆਣੇ ਵੱਲੋਂ। ਉਧਰੋਂ ਜਾਣ ਦੀ ਬਜਾਏ ਤੁਸੀਂ ਇਧਰਲੇ ਪਾਸਿਓਂ ਜਿਹੜਾ ਇਹ ਘਾਟ ਹੈ ਟੱਪ ਕੇ ਲੰਘ ਜਾਓ, ਇਹ ਬੜਾ ਸੌਖਾ ਹੈ। ਪਰਲੇ ਪਾਰ ਗ੍ਰਾਮ ਚਮਕੌਰ, ਤੇ ਦਰਿਆ ਦੇ ਪਾਰਲੇ ਪਾਸੇ ਇੱਕ ਪਿੰਡ ਹੈ ਚਮਕੌਰ, ਉਹਦਾ ਨਾਂ ਹੈ। ਗੁਰਜਨ ਦੁਰਗ ਅਟਾ ਤਿਸ ਠੌਰ, ਉੱਥੇ ਨਾ ਕੋਈ ਕਿਲਾ ਹੈ ਗੁਰੂ ਜੀ ਦੇ ਕੋਲ, ਨਾ ਕੋਈ ਅਟਾਰੀ ਹੈ, ਉਹ ਬਾਹਰ ਰੜੇ ਮੈਦਾਨ ਦੇ ਉੱਤੇ ਡੇਰਾ ਕਰਕੇ ਬੈਠੇ ਹੋਏ ਨੇ। ਹਲ ਮੈਦਾਨ ਮਹਿ ਉਤਰਿਓ ਡੇਰਾ, ਔਰ ਮੈਦਾਨੀ ਇਲਾਕੇ ਦੇ ਵਿੱਚ ਉਹਨਾਂ ਦਾ ਡੇਰਾ ਹੈ। ਤੁਸੀਂ ਜਾ ਕੇ ਬਸ ਹਮਲਾ ਹੀ ਕਰਨਾ, ਜਿੱਤ ਤਾਂ ਤੁਹਾਨੂੰ ਮਿਲੀ ਸਮਝ ਲਓ। ਪਰੋ ਅਚਾਨਕ ਲੀਜੈ ਕੇਰਾ, ਔਰ ਜਾ ਕੇ ਅਚਾਨਕ ਹਮਲਾ ਕਰਕੇ ਉਹਨਾਂ ਤੇ ਜਿੱਤ ਪ੍ਰਾਪਤ ਕਰ ਲਵੋ। ਸੈਦਾ ਬੇਗ ਏਕ ਕੋ ਨਾਉ, ਇਹ ਜਿਹੜੇ ਦੋ ਅਫਸਰ ਸੀ ਨਾ, ਇਹਨਾਂ ਵਿੱਚੋਂ ਇੱਕ ਦਾ ਨਾਮ ਸੀ ਸੈਦਾ ਬੇਗ, ਅਲਫ ਖਾਨ ਦੂਸਰ ਅਮਰਾਉ, ਤੇ ਦੂਜੇ ਦਾ ਨਾਮ ਸੀ ਅਲਫ ਖਾਨ। ਇੱਕ ਦਾ ਨਾਮ ਸੈਦਾ ਬੇਗ ਸੀ, ਸੈਦ ਬੇਗ ਵੀ ਕਹਿੰਦੇ ਆ ਇਹਨੂੰ, ਦੂਜੇ ਦਾ ਨਾਮ ਅਲਫ ਖਾਨ ਸੀ। ਸੁਣ ਕਰ ਦੋਨ ਲੋਭ ਕੋ ਪ੍ਰੇਰੇ, ਇਹਨਾਂ ਨੇ ਜਦੋਂ ਸੁਣਿਆ ਵੀ ਇੱਕ ਇੱਕ ਡੇਰੇ ਦਾ 1000 ਰੁਪਈਆ ਮਿਲਣਾ, ਤੇ ਉੱਥੇ ਤੱਕ ਜਾਂਦਿਆਂ ਤਾਂ ਅਸੀਂ ਕਈ ਵਾਰੀ ਡੇਰੇ ਕਰਦੇ ਆ, ਰਾਹ 'ਚ ਕਈ ਦਿਨ ਲਾ ਦੇਣੇ, ਸਾਡੇ ਤਾਂ ਕਈ 1000 ਏਦਾਂ ਹੀ ਬਣ ਜਾਣੇ ਆ। ਇਹ ਲਾਲਚ ਵਸ ਆ ਗਏ, ਲੋਭ ਨੇ ਇਹਨਾਂ ਨੂੰ ਪ੍ਰੇਰਿਆ। ਤਿਸੀ ਪੰਥ ਮੈਂ ਪਾਹਨ ਗੇਰੇ, ਇਹ ਲੁਧਿਆਣੇ ਵਾਲੇ ਪਾਸੇ ਜਾਣ ਦੀ ਬਜਾਏ ਇਧਰਲੇ ਪਾਸੇ ਲੁਧਿਆਣੇ ਤੋਂ ਪਰੇ ਆਨੰਦਪੁਰ ਸਾਹਿਬ ਨੂੰ ਚੱਲ ਪਏ, ਸਤਲੁਜ ਦਰਿਆ ਉਧਰੋਂ ਪਾਰ ਕਰਨ ਲਈ। ਸਤਦਰਵ ਲੰਘ ਆਏ ਦਲ ਸਾਰਾ, ਦਰਿਆ ਇਹਨਾਂ ਨੇ ਸਤਲੁਜ ਪਾਰ ਕੀਤਾ ਤੇ ਆਪਣੀਆਂ ਫੌਜਾਂ ਸਮੇਤ ਤੁਰੇ ਉਤਰੇ। ਸੁਣਿਓ ਖਾਲਸੇ ਬਜਤ ਨਗਾਰਾ, ਉਧਰ ਖਾਲਸੇ ਨੂੰ ਵੀ ਖਬਰ ਹੋ ਗਈ ਕਿ ਤੁਰਕਾਂ ਦੀਆਂ ਫੌਜਾਂ ਆਈਆਂ ਹਨ। ਇਤਨੇ ਮੈਂ ਇੱਕ ਨਰ ਚਲ ਆਇਓ, ਇਹਨੇ ਨੂੰ ਇੱਕ ਸੇਵਾਦਾਰ ਮਹਾਰਾਜ ਜੀ ਦਾ ਕੋਈ ਗੁਰੂ ਘਰ ਦਾ ਟਹਿਲੂਆ ਸੀ, ਜਿਹੜਾ ਤੁਰਕਾਂ ਦੀਆਂ ਫੌਜਾਂ ਵਿੱਚ ਹੀ ਸੀ। ਉਹ ਸਿਵਲ ਵਰਦੀ 'ਚ ਰਹਿੰਦਾ, ਉਹਨਾਂ ਨੂੰ ਕੀ ਪਤਾ ਵੀ ਇਹ ਸਿੱਖ ਹੈ। ਜਦੋਂ ਉਹਨੂੰ ਪਤਾ ਲੱਗਾ ਵੀ ਇਹ ਤਾਂ ਗੁਰੂ ਜੀ ਤੇ ਹਮਲਾ ਕਰਨ ਨੂੰ ਤੁਰ ਪਏ ਨੇ, ਉਹ ਸਿੱਖ ਇੱਕਦਮ ਦੌੜ ਕੇ ਮਹਾਰਾਜ ਜੀ ਦੇ ਕੋਲ ਖਬਰ ਦੇਣ ਲਈ ਆਇਆ। ਦਲ ਮੈਂ ਹੋ ਤੋ ਭੇਤ ਸਭ ਲਿਆਇਓ, ਇਹਨਾਂ ਤੁਰਕਾਂ ਦੇ ਦਲ ਵਿੱਚ ਸੀ। ਵੇਖੋ ਕਿੱਡੀ ਵੱਡੀ ਮਹਾਰਾਜ ਜੀ ਦੀ ਵੀ ਨੀਤੀ ਸੀ ਉਸ ਵੇਲੇ ਸਿੰਘਾਂ ਦੀ, ਕਿ ਦੁਸ਼ਮਣ ਦੀਆਂ ਫੌਜਾਂ ਵਿੱਚ ਵੀ ਮਹਾਰਾਜ ਜੀ ਦੇ ਸੇਵਾਦਾਰ ਸਨ।
ਜਿਹੜੇ ਦੁਸ਼ਮਣਾਂ ਦੀਆਂ ਕਰਤੂਤਾਂ ਆ ਕੇ ਗੁਰੂ ਸਾਹਿਬ ਨੂੰ ਦੱਸਦੇ ਸੀ, ਉਹਨਾਂ ਨੇ ਵੀ ਇੱਧਰ ਛੱਡੇ ਹੋਏ ਸੀ ਗੁਪਤਚਰ ਮਹਾਰਾਜ ਜੀ ਵੱਲ। ਸਤਿਗੁਰੂ ਜੀ ਨੇ ਵੀ ਬਹੁਤ ਜ਼ਿਆਦਾ ਗੁਪਤਚਰ ਤੁਰਕਾਂ ਦੀਆਂ ਫੌਜਾਂ 'ਚ ਪਹਾੜੀ ਰਾਜਿਆਂ ਦੀਆਂ ਫੌਜਾਂ ਵਿੱਚ ਵੀ ਛੱਡੇ ਹੋਏ ਸੀ। ਤੋ ਇੱਕ ਸੇਵਾਦਾਰ ਜਿਹੜਾ ਸੀ ਉਹ ਮਹਾਰਾਜ ਜੀ ਕੋਲ ਚੱਲ ਕੇ ਕਲਗੀਧਰ ਦੇ ਚਰਨਾਂ ਵਿੱਚ ਆਇਆ। ਹਾਥ ਜੋੜ ਗੁਰ ਸਾਥ ਉਚਾਰਾ, ਹੱਥ ਜੋੜ ਕੇ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ। ਗੁਪਤਚਰ ਕਹਿਣ ਲੱਗਾ ਕਿ ਮਨਿੰਚਤ ਪ੍ਰਭ ਡੇਰੋ ਡਾਰਾ। ਕਹਿਣ ਲੱਗਾ ਮਹਾਰਾਜ ਜੀ ਆਪ ਜੀ ਨਿਸ਼ਚਿੰਤ ਹੋ ਕੇ ਬੈਠੇ ਹੋ, ਬੇਫਿਕਰ ਹੋ ਕੇ ਨੀਲੀ ਆਕਾਸ਼ ਥੱਲੇ ਰੜੇ ਮੈਦਾਨ ਦੇ ਵਿੱਚ ਡੇਰਾ ਕਰਕੇ ਬੈਠੇ ਹੋ। ਤੁਮ ਪਰ 10,000 ਅਸਵਾਰ। ਮਹਾਰਾਜ 10,000 ਦੁਸ਼ਮਣਾਂ ਦੀ ਫੌਜ ਹੈ ਜਿਹੜੀ ਆਪ ਜੀ ਤੇ ਚੜ ਕੇ ਇਸ ਵੇਲੇ ਆ ਰਹੀ ਹੈ। 2 ਉਮਰਾਬ ਆਏ ਰਿਸਤਾਰ। ਉਹਨਾਂ ਨਾਲ 2 ਉਮਰਾਬ ਨੇ 5-5 ਹਜ਼ਾਰੀ। ਇੱਕ ਦਾ ਨਾਮ ਸੈਦਾ ਬੇਗ ਹੈ, ਦੂਜੇ ਦਾ ਨਾਮ ਅਲਫ ਖਾਨ ਹੈ। 10,000 ਫੌਜ ਲੈ ਕੇ ਮਹਾਰਾਜ ਜੀ ਤੁਹਾਡੇ ਤੇ ਹਮਲਾ ਕਰਨ ਵਾਸਤੇ ਆ ਰਹੇ ਨੇ। ਪ੍ਰੇਰ ਗਰੇਸ਼ਵਰ ਇਤਲੇ ਆਏ। ਔਰ ਉਹਨਾਂ ਨੂੰ ਪਹਾੜੀ ਰਾਜਿਆਂ ਨੇ ਲਾਲਚ ਦਿੱਤਾ ਹੈ। ਪਹਾੜੀ ਰਾਜਿਆਂ ਨੇ 1,000 ਰੁਪਏ ਮਜਲ ਦਾ ਉਹਨਾਂ ਨਾਲ ਇਕਰਾਰ ਕਰਕੇ ਉਹਨਾਂ ਨੂੰ ਪ੍ਰੇਰ ਕੇ ਲੋਭੀ ਬਣਾ ਕੇ ਤੁਹਾਡੇ ਤੇ ਭੇਜਿਆ ਹੈ। ਸਾਵਧਾਨ ਪ੍ਰਭ ਰਚੋ ਪਾਏ। ਮਹਾਰਾਜ ਸਾਵਧਾਨ ਹੋ ਜਾਓ, ਉਪਾਅ ਰਚ ਲਓ ਕਿ ਉਹਨਾਂ ਦੁਸ਼ਮਣਾਂ ਨੂੰ ਕਿਵੇਂ ਰੋਕਣਾ ਹੈ। ਮੈਂ ਰਾਵਰ ਸਿੱਖ ਸੁਣ ਕੇ ਤਾਇਓ। ਮਹਾਰਾਜ ਜੀ ਦੇ ਜਿੰਨੇ ਸਿੱਖ ਸਨ ਪਹਿਰੇਦਾਰ ਉਸੇ ਵੇਲੇ ਤਿਆਰ ਬਰ ਤਿਆਰ ਹੋਏ। ਆਨ ਪੇਤ ਗਣ ਰੇ ਪੁੰਨ ਬਿਤਾਇਓ। ਹਾਂਜੀ, ਆਨ ਪੇਤ ਗਣ ਰੇ ਪੁੰਨ ਬਿਤਾਇਓ। ਔਰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਯੋਧਿਆਂ ਨੂੰ ਸਾਰਿਆਂ ਨੂੰ ਖਬਰ ਦਿੱਤੀ। ਸੁਣ ਕਲਗੀਧਰ ਹੁਕਮ ਉਚਾਰਾ। ਕਲਗੀਧਰ ਜੀ ਨੇ ਹੁਕਮ ਕੀਤਾ। ਦੇਹੋ ਬਜਾਏ ਰਣਜੀਤ ਨਗਾਰਾ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਨਗਾਰੇ ਤੇ ਚੋਬਾਂ ਲਾਓ, ਰਣਜੀਤ ਨਗਾਰਾ ਵਜਾਓ। ਡਾਲ ਹੈਨ ਪਰ ਜੀ ਨੇ ਉਤਾਲੇ। ਘੋੜਿਆਂ ਦੇ ਉੱਤੇ ਕਾਠੀਆਂ ਪਾ ਕੇ ਘੋੜੇ ਸ਼ਿੰਗਾਰ ਲੋ, ਤਿਆਰ ਬਰ ਤਿਆਰ ਕਰ ਲੋ, ਦੁਸ਼ਮਣ ਦੀ ਫੌਜ ਆ ਰਹੀ ਹੈ। ਉਪਕ ਖੜਗ ਤਨ ਢਾਲ ਸੰਭਾਲੇ। ਆਪਣੀਆਂ ਬੰਦੂਕਾਂ, ਢਾਲਾਂ, ਨੇਜੇ, ਬਰਛੇ, ਟਕੂਏ, ਕਟਾਰਾਂ, ਬਰਛੇ, ਜਿੰਨੇ ਵੀ ਸ਼ਸਤਰ ਅਸਤਰ ਨੇ ਸੰਭਾਲ ਲਵੋ। ਸਾਵਧਾਨ ਹਵੈ ਰੋਕਿਓ ਆਗਾ। ਸਾਵਧਾਨ ਹੋ ਕੇ ਦੁਸ਼ਮਣ ਦਾ ਅੱਗਾ ਰੋਕੋ। ਆ ਰਹੇ ਨੇ ਮੂੰਹ ਤਾਣੇ ਹੋ ਕੇ, ਪਰ ਇੱਕ ਵਾਰੀ ਪਤਾ ਲੱਗ ਜਾਏ ਕਿ ਜਿੱਧਰ ਆ ਰਹੇ ਨੇ ਅੱਗੋਂ ਵੀ ਫੌਜਾਂ ਤਿਆਰ ਬਰ ਤਿਆਰ ਹਨ। ਸਿੰਘਨ ਹਿਰਦੈ ਵੀਰ ਰਸ ਜਾਗਾ। ਮਹਾਰਾਜ ਜੀ ਦੇ ਬਚਨ ਸੁਣਦਿਆਂ ਸਿੰਘਾਂ 'ਚ ਵੀਰ ਰਸ ਖੌਲਿਆ, ਵੀਰ ਰਸ ਜਾਗਿਆ। ਗੱਲ ਮੁਕਾਬਲੇ ਦੋਨੋਂ ਹੋਏ। ਉਧਰੋਂ ਤੁਰਕਾਂ ਦੀਆਂ ਫੌਜਾਂ ਮੁਕਾਬਲਾ ਕਰਨ ਨੂੰ ਤਿਆਰ ਹੋ ਕੇ ਆ ਗਈਆਂ। ਇਧਰੋਂ ਮਹਾਰਾਜ ਜੀ ਦੇ ਜਿੰਨੇ ਸਿੰਘ ਨੇ, ਪਾਤਸ਼ਾਹ ਦੇ ਯੋਧੇ ਨੇ, ਇਹ ਵੀ ਤਿਆਰ ਬਰ ਤਿਆਰ ਹੋ ਗਏ ਲੜਨ ਵਾਸਤੇ। ਗੋਚਰ ਦ੍ਰਿਸ਼ਟ ਪਰਸ ਪਰ ਦੋਏ। ਆਮੋ ਸਾਹਮਣੇ ਦੋਵੇਂ ਦਲ ਇੱਕ ਦੂਜੇ ਨੂੰ ਦਿਸ ਪਏ, ਨਜ਼ਰ ਪੈ ਗਏ। ਸਾਹਮਣੇ ਮੈਦਾਨ ਹੀ ਸੀ, ਦੂਰ ਤਾਈਂ ਨਜ਼ਰ ਪੈ ਗਈ। ਸਾਹਮਣੇ ਆਮਣੇ ਦੋਹਾਂ ਦਲਾਂ ਨੂੰ ਇੱਕ ਦੂਜੇ ਨੂੰ ਵੇਖਿਆ। 5,000 ਇੱਕ ਉਮਰਾਬ। ਤੁਰਕਾਂ ਦੀ ਫੌਜ ਵਿੱਚ ਇੱਕ 5,000 ਜਰਨੈਲ ਆ ਰਿਹਾ ਹੈ। ਸੈਦਾ ਬੇਗ ਜਿਸੀ ਕੋ ਨਾਮ। ਇਹਦਾ ਨਾਮ ਸੈਦਾ ਬੇਗ ਜਰਨੈਲ ਹੈ। ਤਿਨ ਸਤਿਗੁਰ ਦੇ ਦ੍ਰਿਸ਼ਟ ਚਲਾਈ। ਉਹ ਜਦੋਂ ਆਇਆ ਤੇ ਉਹਨੇ ਕਲਗੀਧਰ ਪਾਤਸ਼ਾਹ ਵੱਲ ਦ੍ਰਿਸ਼ਟੀ ਚਲਾਈ। ਮਹਾਰਾਜ ਜੀ ਦਿਸ ਪਏ। ਜਦੋਂ ਥੋੜਾ ਜਿਹਾ ਨੇੜੇ ਆਇਆ ਤੇ 10ਵੇਂ ਪਾਤਸ਼ਾਹ ਦਾ ਚੱਕਰ ਚਮਕਦਾ ਦਿਸਿਆ। ਕਲਗੀਧਰ ਦੀ ਕਲਗੀ ਨਜ਼ਰੀ ਪਈ। ਧਿਆਨ ਨਾਲ ਉਹਨੇ ਖੁਰਦਬੀਨ ਨਾਲ, ਦੂਰਬੀਨ ਨਾਲ, ਬਹੁ ਨਾਲ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਵੇਖਿਆ। ਤਤ ਸੇ ਨਰਿਦੇ ਸੁਮਤ ਹੋਏ ਆਈ। ਜਦੋਂ ਦਰਸ਼ਨ ਕੀਤੇ ਤੇ ਸੈਦਾ ਬੇਗ ਦੇ ਅੰਦਰ ਇੱਕਦਮ ਸਦ ਬੁੱਧੀ ਤੇ ਸੁਮਤ ਪੈਦਾ ਹੋ ਆਈ। ਲੜਨ ਦੀ ਇੱਛਾ ਲੈ ਕੇ ਆਇਆ ਸੀ ਕਿ ਮੈਂ ਲੜਾਂਗਾ ਗੁਰੂ ਜੀ ਦੇ ਨਾਲ, ਤਲਵਾਰ ਹੱਥ ਵਿੱਚ ਹੈ। ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ, ਅਰੇ ਦੂਰੋਂ ਹੀ ਦਰਸ਼ਨ ਕੀਤੇ ਨੇ, ਦਰਸ਼ਨ ਕਰਦਿਆਂ ਇਹਦੀ ਅੰਦਰੋਂ ਖੋਟੀ ਮਤ ਬਿਨਸ ਗਈ ਔਰ ਸਦ ਬੁੱਧੀ ਤੇ ਸੁਮਤ ਉਤਪਨ ਹੋ ਗਈ। ਐਸੇ ਮਨੋਹਰ ਕਲਗੀਧਰ ਸੁਆਮੀ ਦੇ ਦਰਸ਼ਨ ਹਨ। ਜਾਗ ਪਰੈ ਪੂਰਬਲੇ ਭਾਗਾ। ਜਾਗ ਪਏ ਦੇ ਭਾਗ, ਕੋਈ ਪੂਰਬਲੇ ਜਨਮਾਂ ਦੇ ਕਰਮ ਸੀ। ਇਹ ਤਾਂ ਕੋਈ ਮਾੜੇ ਕਰਮਾਂ ਕਰਕੇ ਤੁਰਕਾਂ ਘਰੇ ਜੰਮ ਪਿਆ। ਕੋਈ ਚੰਗੇ ਕਰਮ ਸਨ ਪੂਰਬਲੇ ਜਨਮਾਂ ਦੇ, ਉਹ ਜਾਗ ਪਏ ਨੇ। ਸੁਪਤ ਉਠਿਓ ਜਿਮ ਲਗ ਅਨੁਰਾਗਾ। ਕਹਿੰਦੇ ਏਦਾਂ ਪ੍ਰੇਮ ਅੱਗੇ ਆ ਗਿਆ
ਮਾਨੋ ਜਿਵੇਂ ਸੁੱਤਾ ਪਿਆ ਸੀ ਤੇ ਹੁਣ ਜਾਗ ਉੱਠਿਆ ਹੈ। ਜੇਤਕ ਚਮੂ ਕਹੇ ਮੈਂ ਹੁਤੀ। ਜਿੰਨੀਆਂ ਫੌਜਾਂ ਇਹਦੇ ਕਹਿਣੇ ਵਿੱਚ ਸਨ, ਸੈਦਾ ਬੇਗ ਦੀ ਫੌਜ ਜਿਹੜੀ ਇਹਦੇ ਨਾਲ ਸੀ, ਜਿਹੜੇ ਇਹਦਾ ਕਹਿਣਾ ਮੰਨਦੇ ਸਨ, ਸਭ ਕੀ ਆਪਨ ਸੰਗ ਕਰ ਮਤੀ। ਉਹਨਾਂ ਨੂੰ ਸਾਰਿਆਂ ਨੂੰ ਆਪਣੇ ਨਾਲ ਇਹਨਾਂ ਰਲਾ ਲਿਆ ਵੀ ਜਿਹੜੀ ਫੌਜ ਮੇਰੀ ਆਗਿਆ 'ਚ ਚੱਲਦੀ, ਪਤਾ ਹੀ ਹੁੰਦਾ ਵੀ ਇੰਨੀ ਫੌਜ ਮੇਰਾ ਹੁਕਮ ਮੰਨਦੀ ਹੈ। ਉਹ ਫੌਜ ਸੈਦਾ ਬੇਗ ਨੇ ਆਪਣੇ ਨਾਲ ਜੋੜ ਲਈ। ਜੇਤਕ ਹੁਤੀ ਸ਼ਹਾਦਿਸ਼ ਕੇਰੀ। ਤੇ ਜਿਹੜੀ ਬਾਦਸ਼ਾਹ ਦੀ ਫੌਜ ਕੇਵਲ ਇਹਦੇ ਮਤਹਿਤ ਕੰਮ ਕਰਦੀ ਸੀ, ਪਰ ਉਹ ਬਾਦਸ਼ਾਹ ਦੇ ਨਾਲ ਸਨ। ਉਹ ਜਿੰਨੀਆਂ ਫੌਜਾਂ ਸਨ, ਸਭ ਕੋ ਤਿਆਗ ਕੀਨ ਤਿਸ ਬੇਰੀ। ਇਹਨੇ ਉਹਨਾਂ ਨੂੰ ਵੱਖਰਿਆਂ ਕਰ ਦਿੱਤਾ। ਕਹਿੰਦਾ ਜਿਹੜੇ ਮੇਰੀ ਆਗਿਆ 'ਚ ਉਹਨੇ ਵੱਖਰੇ ਹੋ ਜਾਣ, ਜਿਹੜੇ ਬਾਦਸ਼ਾਹ ਦਾ ਹੁਕਮ ਮੰਨਦੇ ਨੂੰ ਵੱਖਰੇ ਕਰ ਦਿੱਤੇ। ਪ੍ਰਿਤਕ ਹੋਏ ਦੁੰਦਬ ਬਜਵਾਇਓ। ਇਹਨੇ ਜਿਹੜੀ ਫੌਜ ਇਹਦੇ ਅੰਡਰ ਸੀ ਉਹ ਵੱਖਰੀ ਕਰ ਲਈ, ਇਹਨੇ ਆਪਣੇ ਪਾਸੇ ਕਰਕੇ ਵੱਖਰੀ ਕਰਕੇ ਨੇ ਵੱਖਰਾ ਨਗਾਰਾ ਵਜਾ ਦਿੱਤਾ ਆਪਣਾ। ਆਖਿਆ ਸੁਣ ਲਓ ਸਾਥੀਓ, ਦੂਜਿਆਂ ਨੂੰ ਨਾਲ ਦੇ ਦੂਜੇ ਜਰਨੈਲ ਨੂੰ ਵੀ ਕਹਿ ਦਿੱਤਾ, ਮੈਂ ਹੁਣ ਗੁਰੂ ਜੀ ਨਾਲ ਨਹੀਂ, ਗੁਰੂ ਜੀ ਦੇ ਸਾਹਮਣੇ ਖਲੋ ਕੇ ਢਾਲ ਬਣ ਕੇ ਤੁਹਾਡੇ ਨਾਲ ਲੜਾਂਗਾ। ਇਹ ਮੇਰੇ ਸਤਿਗੁਰਾਂ ਦੀ ਪ੍ਰੇਰਣਾ, ਗੁਰੂ ਖਾਲਸਾ ਜੀ ਪਾਤਸ਼ਾਹ ਚਾਹੁਣ, ਨਾਪ ਲੜੂ ਨਾ ਫੌਜ ਲੜਾਉ, ਭੱਟ ਵੀਰ ਨਸੇਤੀ ਬਾਂਧ ਮਗਾਉ। ਨਾਪ ਲੜੀਏ ਨਾ ਫੌਜਾਂ ਲੜਾਈਏ, ਵੀਰਾਂ ਨਾਲ ਹੀ ਕਹਿੰਦੇ ਮਹਾਰਾਜ ਜੀ, ਕਹਿੰਦੇ ਨਾਪ ਲੜਨਾ ਨਾ ਫੌਜ ਲੜਾਣੀ ਹੈ। ਇਹ ਕਲਗੀਧਰ ਪਾਤਸ਼ਾਹ ਦੀ ਖੇਡ ਵੇਖੋ। ਉਹਨੇ ਇੱਕਦਮ ਜਿਹੜੇ ਬੰਦੇ ਉਹਦਾ ਹੁਕਮ ਮੰਨਦੇ ਸੀ ਨਾ, ਫੌਜਾਂ ਉਹ ਵੱਖਰੀਆਂ ਕਰ ਲਈਆਂ। ਵੱਖਰੀਆਂ ਕਰਕੇ ਨਗਾਰਾ ਵਜਾ ਕੇ ਉਲਟਾ ਇਹਨਾਂ ਦੇ ਸਾਹਮਣੇ ਖਲੋ ਗਿਆ। ਕਹਿੰਦਾ ਜੇ ਅੱਗੇ ਵਧਣਾ ਤੇ ਪਹਿਲਾਂ ਮੇਰੇ ਨਾਲ ਦੋ ਹੱਥ ਕਰਕੇ ਜਾਣਾ ਪੈਣਾ, ਕਲਗੀਧਰ ਸਵਾਮੀ ਤੱਕ ਮੈਂ ਨਹੀਂ ਤੁਹਾਨੂੰ ਪਹੁੰਚਣ ਦੇਣਾ। ਪਹਿਲੀ ਵਾਰ ਦਰਸ਼ਨ ਕੀਤੇ ਨੇ, ਉਸ ਤੋਂ ਪਹਿਲਾਂ ਆਇਆ ਨਹੀਂ ਸੀ ਇਹ ਸੈਦਾ ਬੇਗ। ਅੱਜ ਪਹਿਲੀ ਵਾਰ ਆਇਆ ਹੈ, ਦੂਰੋਂ ਹੀ ਦਰਸ਼ਨ ਕੀਤੇ ਨੇ, ਹਲੇ ਨੇੜੇ ਵੀ ਨਹੀਂ ਆਇਆ। ਦਰਸ਼ਨ ਕਰਦਿਆਂ ਇਹੋ ਜੀ ਸੁਮਤ ਆਈ, ਪੂਰਬਲੇ ਜਨਮਾਂ ਦੇ ਭਾਗ ਜਾਗ ਪਏ। ਕਿੱਡਾ ਵੱਡਾ ਪ੍ਰੇਮ ਹੋਵੇਗਾ ਕਿ ਸਮੇਂ ਦੀ ਸਰਕਾਰ ਦੇ ਖਿਲਾਫ ਇੱਕਦਮ ਬਗਾਵਤ ਕਰ ਦੇਣੀ, ਔਰ ਇਸ ਹੱਦ ਤੱਕ ਬਗਾਵਤ ਕਿ ਲੜਨ ਵਾਸਤੇ ਤਿਆਰ ਖਲੋਗੇ ਅੱਗੇ ਹੋ ਕੇ ਕਿ ਮੈਂ ਆਪਣਾ ਆਪਾ ਗੁਰੂ ਕਲਗੀਧਰ ਤੋਂ ਕੁਰਬਾਨ ਕਰ ਦਿਆਂ। ਇਸ ਕਰਕੇ ਇੱਥੇ ਨਹੀਂ ਕਿਹਾ ਜਾ ਸਕਦਾ 50 ਸਾਲ ਹੋ ਗਏ ਨੇ ਮੈਨੂੰ ਸੇਵਾ ਕਰਦਿਆਂ, ਮੈਨੂੰ 70 ਸਾਲ ਹੋ ਗਏ ਨੇ। ਇੱਥੇ ਤਾਂ ਹਲੇ ਹੁਣੇ ਆਇਆ, ਹਲੇ ਬਸ ਦੂਰੋਂ ਹੀ ਵੇਖਿਆ ਤੇ ਵੇਖਦਿਆਂ ਪ੍ਰੇਮ ਜਾਗ ਪਿਆ ਤੇ ਗੁਰੂ ਤੋਂ ਆਪਣਾ ਆਪਾ ਕੁਰਬਾਨ ਕਰਨ ਨੂੰ ਤਿਆਰ ਹੋ ਗਿਆ। ਕਿਉਂ? ਕਿਉਂਕਿ ਪਿਛਲੇ ਜਨਮ ਦੀ ਕਮਾਈ ਨਾਲ ਆ ਗਈ ਹੈ। ਇੱਕ ਨੇ ਇਸੇ ਜਨਮ 'ਚ ਹੀ ਘਾਲਣਾ ਸ਼ੁਰੂ ਕੀਤੀ ਹੈ, ਇੱਕ ਦੀ ਪਿਛਲੇ ਜਨਮ ਦੀ ਵੀ ਨਾਲ ਆ ਗਈ ਹੈ। ਅੱਗੇ ਕਥਾ ਹੋਣੀ ਹੈ ਵੀ ਇਹਦੀ ਜਿਹੜੀ ਪਿਛਲੇ ਜਨਮ ਦੀ ਕਮਾਈ ਸੀ ਉਹਦਾ ਫਲ ਮਿਲਿਆ ਇਹਨੂੰ। ਇਹਨੇ ਵੱਖਰਾ ਨਗਾਰਾ ਵਜਾ ਦਿੱਤਾ, ਫੌਜ ਆਪਣੀ ਵੱਖਰੀ ਕਰ ਲਈ। ਸਣੇ ਸਣੇ ਸੰਗਰਾਮ ਮਚਾਇਓ। ਇਹਨੇ ਜੰਗ ਸ਼ੁਰੂ ਕਰ ਦਿੱਤਾ, ਸਹਿਜੇ ਸਹਿਜੇ ਲੜਾਈ ਸ਼ੁਰੂ ਹੋ ਗਈ। ਜਬ ਕਮੰਡ ਕੀ ਮਚੀ ਲੜਾਈ। ਭਿਆਨਕ ਘਮਾਸਾਨ ਘਮੰਡ ਦੀ ਜੰਗ ਦੀ ਲੜਾਈ ਮਚੀ। ਜਵਾਲਾ ਬਮਣੀ ਬ੍ਰਿੰਦ ਚਲਾਈ। ਅਨੇਕਾਂ ਜਵਾਲਾ ਬਮਣੀਆਂ ਬੰਦੂਕਾਂ ਚੱਲ ਪਈਆਂ। ਫੇਰ ਰਹਿਨ ਕੋ ਸੰਗ ਪ੍ਰਹਾਰ। ਉਧਰੋਂ ਸਿੰਘਾਂ ਨੇ ਵੀ ਆ ਹੱਲਾ ਕੀਤਾ, ਵੇਖਿਆ ਵੀ ਇਹ ਫੌਜ ਸਾਡੇ ਨਾਲ ਲੜ ਰਹੀ, ਸਾਡੇ ਵੱਲੋਂ ਲੜ ਰਹੀ ਹੈ। ਤੋ ਸਿੰਘਾਂ ਨੇ ਵੀ ਆਪਣੇ ਘੋੜੇ ਪ੍ਰੇਰੇ ਤੇ ਗੋਲੀਆਂ ਦਾਗੀਆਂ। ਤਥਾ ਤੁਰਕ ਸਨਮੁਖ ਵੈ ਮਾਰ। ਇਸੇ ਤਰ੍ਹਾਂ ਇਧਰੋਂ ਤੁਰਕ ਵੀ ਸਨਮੁਖ ਹੋ ਕੇ ਲੜਦੇ ਨੇ, ਮਾਰਦੇ ਨੇ। ਸੁਪੱਟ ਤੋ ਰੰਗ ਅੰਗ ਲਗ ਗੋਰੀ। ਸੂਰਮਿਆਂ ਦੇ, ਘੋੜਿਆਂ ਦੇ, ਯੋਧਿਆਂ ਦੇ ਸਰੀਰਾਂ ਵਿੱਚ ਗੋਲੀਆਂ ਲੱਗਦੀਆਂ ਹਨ। ਫਿਰੇ ਤਰਨ ਪਰ ਮੁਖ ਨਹਿ ਮੋਰੀ। ਔਰ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਫਿਰ ਕੇ ਸਿੰਘ ਫਿਰਦੇ ਨੇ, ਆਪਣਾ ਮੁਖ ਨਹੀਂ ਮੋੜਦੇ, ਮੂੰਹ ਨਹੀਂ ਮੋੜਦੇ। ਦਿਸ਼ ਦੋਇਨ ਤੇ ਟਿਕੀ ਲੜਾਈ। ਦੋਹਾਂ ਪਾਸਿਓਂ ਕਹਿੰਦੇ ਇੱਕ ਵਾਰੀ ਲੜਾਈ ਟਿਕ ਗਈ ਹੈ। ਅਬ ਲੋਕੇ ਚਿਰ ਹੋਏ ਗੁਸਾਈ। ਕਲਗੀਧਰ ਪਾਤਸ਼ਾਹ ਜੀ ਖਲੋ ਕੇ ਵੇਖ ਰਹੇ ਨੇ। ਨਹੀਂ ਪ੍ਰਹਾਰ ਸਰਨ ਕੋ ਕਰ। ਕਲਗੀਧਰ ਜੀ ਹਾਲੇ ਆਪਣੇ ਤੀਰ ਨਹੀਂ ਚਲਾਏ, ਮਹਾਰਾਜ ਜੀ ਨੇ ਆਪਣੇ ਤੀਰਾਂ ਦੇ ਵਾਰ ਹਾਲੇ ਨਹੀਂ ਕੀਤੇ। ਗਾਡੇ ਹੋਏ ਖਾਲਸਾ ਲੜ। ਕਿਉਂ ਨਹੀਂ ਕੀਤੇ? ਕਿਉਂਕਿ ਹਲੇ ਖਾਲਸਾ ਲੜ ਰਿਹਾ ਪਰਪੱਕ ਹੋ ਕੇ। ਜੇ ਕਿਤੇ ਸਿੰਘਾਂ ਦੇ ਪੈਰ ਹੱਲੇ ਫਿਰ ਸਤਿਗੁਰਾਂ ਤੀਰ ਚਲਾਉਣੇ ਸਨ ਸਿੰਘਾਂ ਨੂੰ ਹੌਸਲਾ ਦੇਣ ਲਈ, ਪਰ ਹਾਲੇ ਸਿੰਘ ਖਾਲਸਾ ਆਪ ਹੀ ਪੈਰ ਅੜਾ ਕੇ ਲੜ ਰਿਹਾ।
ਤੋ ਕਲਗੀਧਰ ਜੀ ਖਲੋਤੇ ਨੇ ਸ਼ਾਂਤ ਹੋ ਕੇ। ਇਤ ਕਬੀਰ ਜਬ ਲੜਤ ਬਤਾਈ, ਇਹ ਤਾਂ ਲੜਦਿਆਂ ਜਦੋਂ ਕੁਝ ਸਮਾਂ ਬੀਤ ਗਿਆ। ਸੈਦਾ ਬੇਗ ਚਹੈ ਸ਼ਰਨਾਈ, ਸੈਦਾ ਬੇਗ ਕਲਗੀਧਰ ਦੀ ਸ਼ਰਨ ਚਾਹੁੰਦਾ, ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣਾ ਚਾਹੁੰਦਾ ਹੈ। ਅਜ ਤੁਰਕਣ ਕੇ ਦਲ ਕੋ ਸਾਥ, ਇਹਨੇ ਤੁਰਕਾਂ ਦਾ ਜਿੰਨਾ ਸਾਥ ਸੀ ਦਲ ਸੀ ਛੱਡ ਕੇ ਮਿਲਿਓ ਖਾਲਸੇ ਸਨ ਕਹਿ ਗਾਥ, ਤੇ ਖਾਲਸੇ ਨੂੰ ਅੱਗੇ ਆਣ ਕੇ ਮਿਲਿਆ ਤੇ ਆਪਣੀ ਸਾਰੀ ਗਾਥਾ ਖਾਲਸੇ ਨੂੰ ਦੱਸ ਕੇ ਸੁਣਾਈ। ਜਿਮ ਤੁਮ ਗੁਰ ਕੇ ਸਿੱਖ ਬਡੇਰੇ, ਆਖਿਆ ਖਾਲਸਾ ਜੀ ਜਿਵੇਂ ਤੁਸੀਂ ਕਲਗੀਧਰ ਦੇ ਸਿੱਖ ਹੋ, ਕਲਗੀਧਰ ਦੀਆਂ ਫੌਜਾਂ ਹੋ, ਤਥਾ ਬਖੀਜੈ ਮੋਕੋ ਚੇਰੇ, ਮੈਂ ਵੀ ਸਤਿਗੁਰਾਂ ਦਾ ਸੇਵਕ ਹਾਂ, ਮੈਂ ਵੀ ਕਲਗੀਧਰ ਦੇ ਚਰਨਾਂ ਦਾ ਮੁਰੀਦ ਉਸੇ ਤਰ੍ਹਾਂ ਦਾ ਜਿਵੇਂ ਤੁਸੀਂ ਹੋ। ਜੰਗ ਜੀਤ ਕੇ ਮਿਲਿਓ ਫੇਰ, ਮੈਂ ਜੰਗ ਜਿੱਤ ਕੇ ਹੁਣ ਫੇਰ ਮਿਲਾਂਗਾ ਆ ਕੇ ਸਤਿਗੁਰਾਂ ਨੂੰ, ਇਹ ਜੰਗ ਫਤਿਹ ਕਰਕੇ ਗੁਰਦੇਵ ਨੂੰ ਆ ਕੇ ਮਿਲਾਂਗਾ। ਜਿਮ ਕੈ ਮਿਲ ਕਰ ਪਇਓ ਦਲੇਰ, ਏਦਾਂ ਖਾਲਸੇ ਨਾਲ ਮਿਲ ਕੇ ਸੈਦਾ ਬੇਗ ਹੋਰ ਦਲੇਰ ਹੋ ਗਿਆ। ਸਿੰਘਨ ਤੇ ਆਗੇ ਹੋਏ ਲਰਿਓ, ਸਿੰਘਾਂ ਤੋਂ ਅੱਗੇ ਹੋ ਕੇ ਸੈਦਾ ਬੇਗ ਆਪਣੇ ਜਿਹੜੇ ਨਾਲ ਦੇ ਸਾਥੀ ਆਏ ਸਨ ਦੁਸ਼ਮਣ ਬਣ ਕੇ ਸਤਿਗੁਰਾਂ ਦੇ, ਉਹਨਾਂ ਨਾਲ ਲੜਿਆ। ਗਨ ਤੁਰਕਨ ਕੋ ਮਾਰਨ ਔਰ ਕਰਿਓ, ਬਹੁਤ ਸਾਰੇ ਤੁਰਕ ਤੇ ਮਲੇਛ ਮਾਰ ਕੇ ਮਿੱਟੀ 'ਚ ਗਰਕ ਕਰਕੇ ਰੱਖ ਦਿੱਤੇ। ਅਲਫ ਖਾਨ ਪਿਕ ਕਰ ਵਿਪਰੀਤ, ਅਲਫ ਖਾਨ ਨੇ ਵੇਖਿਆ ਵੀ ਇਹ ਤਾਂ ਬੜਾ ਉਲਟਾ ਕੰਮ ਹੋ ਗਿਆ ਹੈ। ਸਾਥੀ ਫਟਿਓ ਕਹਾਂ ਅਬ ਜੀਤ, ਵੀ ਮੇਰਾ ਸਾਥੀ ਮੇਰੇ ਤੋਂ ਫਟ ਕੇ ਚਲਾ ਗਿਆ ਦੁਸ਼ਮਣ ਵੱਲ, ਮੇਰੀ ਕਿੱਥੇ ਜਿੱਤ ਹੋਣੀ ਹੈ, ਕਿਉਂ ਬਿਨਾਂ ਗੱਲ ਤੋਂ ਮੈਂ ਆਪਣੇ ਪ੍ਰਾਣ ਗਵਾਉਣਾ। ਅਲਫ ਖਾਨ ਨੇ ਸੋਚਿਆ। ਸਨੇ ਸਨੇ ਨਿਜ ਸੈਨ ਹਟਾਈ, ਇਹਨੇ ਆਪਣੀ ਫੌਜ ਜਿਹੜੀ ਸੀ ਹੌਲੇ ਹੌਲੇ ਕਰਕੇ ਪਿੱਛੇ ਹਟਾ ਲਈ। ਓ ਖਾਲਸਾ ਮਾਰਤ ਜਾਈ, ਖਾਲਸਾ ਫਿਰ ਵੀ ਮਾਰਦਾ ਜਾਂਦਾ, ਇਹਨਾਂ ਨੂੰ ਪਿੱਛੇ ਹਟਦਿਆਂ ਨੂੰ ਵੀ ਵੱਢਦਾ ਜਾਂਦਾ। ਸੈਦਾ ਬੇਗ ਸਿੰਘ ਮਿਲ ਸਾਰੇ, ਸੈਦਾ ਬੇਗ ਤੇ ਜਿੰਨੇ ਸਾਰੇ ਸਿੰਘ ਸਨ ਦੂਰ ਭਜਾਵਤ ਲਗ ਬਹੁ ਮਾਰੇ, ਇਹਨਾਂ ਤੁਰਕਾਂ ਨੂੰ ਮਾਰ ਕੇ ਦੂਰ ਤੱਕ ਛੱਡ ਕੇ ਆਏ ਨੇ, ਭਜਾ ਕੇ ਆਏ ਨੇ। ਲੈ ਕਰ ਫਤਿਹ ਹਟੇ ਪਛੁਚਾਤੀ, ਜੰਗ ਦੇ ਮੈਦਾਨ ਦੇ ਵਿੱਚ ਮਿੰਟਾਂ ਸਕਿੰਟਾਂ 'ਚ ਫਤਿਹ ਹਾਸਲ ਕਰਕੇ ਸਿੰਘ ਵਾਪਸ ਜਕਾਰੇ ਗਜਾਉਂਦਿਆਂ ਕਲਗੀਧਰ ਦੇ ਚਰਨਾਂ ਵਿੱਚ ਆਏ। ਤੁਰਕ ਪੁੰਜ ਕੇ ਬਨ ਕਰ ਕਾਤੀ, ਔਰ ਜਿੰਨੇ ਤੁਰਕਾਂ ਦਾ ਪੁੰਜ ਸੀ ਉਹਨਾਂ ਦਾ ਘਾਤ ਕਰਕੇ ਉਹਨਾਂ ਨੂੰ ਇੱਕੋ ਹੱਲੇ ਵਿੱਚ ਹੀ ਸੈਂਕੜੇ ਮਲੇਛ ਮਾਰੇ ਗਏ ਤੇ ਜਿੱਤ ਦੇ ਨਿਸ਼ਾਨ ਝੂਲਦੇ ਸਿੰਘ ਵਾਪਸ ਪਰਤੇ। ਜਹਾਂ ਖਲੇ ਕਲਗੀ ਤਰ ਤੀਰ, ਕਿੱਥੇ ਆਏ? ਜਿੱਥੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਖੜੇ ਸਨ। ਔਰ ਪਰਮੋਦ ਤਰ ਪਹੁੰਚੇ ਤੀਰ, ਪ੍ਰਮੋਦ ਤੇ ਬੜੀ ਖੁਸ਼ੀ ਨਾਲ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ। ਸਹਿਦਾ ਬੇਗ ਉਤਰ ਹੈ ਤਰੇ, ਸੈਦਾ ਬੇਗ ਆਪਣੇ ਘੋੜੇ ਤੋਂ ਥੱਲੇ ਉਤਰਿਆ। ਗੁਰ ਕੇ ਚਰਨ ਬੰਦਨਾ ਕਰੇ, ਆਣ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਪਹੁੰਚ ਕੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਧਰ ਕੇ ਸੈਦਾ ਬੇਗ ਨੇ ਮੱਥਾ ਟੇਕਿਆ, ਬੰਦਨਾ ਕੀਤੀ। ਬੋਲੇ ਪ੍ਰਭੂ ਉਮਰ ਬਰਕਰਾਰ, ਪਾਤਸ਼ਾਹ ਬੋਲੇ, ਕਹਿਣ ਲੱਗੇ ਲੰਮੀ ਉਮਰ ਹੋਵੇ ਸੈਦਾ ਬੇਗ ਜੀ, ਤੁਹਾਡੀ ਲੰਮੀ ਉਮਰ ਹੋਵੇ, ਦੀਰਘਾਯੂ ਹੋਵੇ। ਇਹ ਵਰ ਮਹਾਰਾਜ ਕਲਗੀਧਰ ਜੀ ਨੇ ਬਖਸ਼ਿਆ। ਮਿਲੇ ਸੁਖੂਬ ਈਨ ਤਕਰਾਰ, ਜਿਹੜਾ ਇਕਰਾਰ ਕੀਤਾ ਸੀ ਪੂਰਬਲੇ ਜਨਮ 'ਚ, ਐਨ ਮੌਕੇ ਤੇ ਆ ਕੇ ਮਿਲਿਓ ਸੈਦਾ ਬੇਗ ਜੀ, ਇਕਰਾਰ ਪੂਰਾ ਕੀਤਾ ਤੁਸੀਂ। ਮਹਾਰਾਜ ਕਹਿੰਦੇ ਜਿਹੜਾ ਇਕਰਾਰ ਕੀਤਾ ਸੀ ਪਿਛਲੇ ਜਨਮ 'ਚ ਮਿਲਣ ਦਾ, ਤੇ ਐਨ ਪੂਰੇ ਮੌਕੇ ਤੇ ਆ ਕੇ ਮਿਲਿਓ, ਕਮਾਲ ਕਰ ਦਿੱਤੀ, ਆਪਣਾ ਇਕਰਾਰ ਨਿਭਾਇਆ। ਸੈਦਾ ਬੇਗ ਸਮਝ ਤੂੰ ਬੇਗ, ਸੈਦਾ ਬੇਗ ਇਸ ਗੱਲ ਨੂੰ ਛੇਤੀ ਸਮਝ ਜਾ। ਅਹੋਂ ਕੰਧਾਰੀ ਬਾਂਧੋ ਤੇਗ, ਮਹਾਰਾਜ ਜੀ ਕਹਿੰਦੇ ਤੂੰ ਕੰਧਾਰੀ ਸੀ, ਪਹਿਲਾਂ ਕੰਧਾਰ ਦਾ ਰਹਿਣ ਵਾਲਾ ਸੀ। ਪੂਰਬ ਗੁਰ ਨਾਨਕ ਤੁਮ ਮਿਲੇ, ਤੇਗ ਗਾਤਰੇ ਪਾਈ ਹੋਈ ਸ਼ਸਤਰ ਧਾਰੀ ਸੀ, ਕੰਧਾਰ ਦਾ ਰਹਿਣ ਵਾਲਾ। ਤੈਨੂੰ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਦਾ ਮੇਲ ਹੋਇਆ ਸੀ, ਉੱਥੇ ਗੁਰੂ ਨਾਨਕ ਸਾਹਿਬ ਦੀ ਸੰਗਤ ਪ੍ਰਾਪਤ ਹੋਈ ਸੀ। ਸੇਵਾ ਕਰੀ ਹੁਤੀ ਤਬ ਪਲੇ, ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੜੀ ਭਲੀ ਸੇਵਾ ਕੀਤੀ ਸੀ। ਤਬ ਹਮ ਤੋ ਸੋ ਇਮ ਕਹਿ ਗਏ, ਉਦੋਂ ਅਸੀਂ ਤੈਨੂੰ ਪਹਿਲੇ ਜਾਮੇ 'ਚ ਬਚਨ ਕਿਹਾ ਸੀ। ਕਬੇ ਬੁਲਾ ਮਹਿੰਗੇ ਹਿਤ ਕੀਏ, ਮਹਾਰਾਜ ਜੀ ਕਹਿੰਦੇ ਅਸੀਂ ਕਿਹਾ ਸੀ ਵੀ ਤੈਨੂੰ ਬੁਲਾਵਾਂਗੇ ਫਿਰ ਕਦੇ 10ਵੇਂ ਜਾਮੇ ਵਿੱਚ।
ਉਹ ਹੁਣ ਆ ਗਿਆ ਸਮਾਂ, ਤੈਨੂੰ ਅਸੀਂ ਬੁਲਾਇਆ ਆਪਣੇ ਕੋਲੇ। ਪਹਾੜੀਏ ਤਾਂ ਬਹਾਨਾ ਬਣੇ ਨੇ, ਤੈਨੂੰ ਲਾਲਚ ਦੇ ਕੇ ਲਿਆਏ, ਅਸਲ ਵਿੱਚ ਪ੍ਰੇਰ ਕੇ ਅਸੀਂ ਤੈਨੂੰ ਆਪਣੇ ਕੋਲ ਮੰਗਾਇਆ। ਸ਼ਸਤਰ ਬਿਲੋਕਣ ਕਰੈ ਤਿਹਾਰ। ਤੂੰ ਉਦੋਂ ਕਿਹਾ ਸੀ ਗੁਰੂ ਸਾਹਿਬ ਮੈਨੂੰ ਆਗਿਆ ਦਿਓ ਵੀ ਮੈਂ ਕੋਈ ਤੁਹਾਡੀ ਸੇਵਾ ਕਰ ਸਕਾਂ, ਮੈਂ ਸ਼ਸਤਰਧਾਰੀ ਆ। ਤੇ ਗੁਰੂ ਨਾਨਕ ਸਾਹਿਬ ਤੈਨੂੰ ਕਿਹਾ ਸੀ ਕਿ ਸਮਾਂ ਆਵੇਗਾ ਉਦੋਂ ਅਸੀਂ ਤੇਰੀ ਸ਼ਸਤਰਧਾਰੀ ਹੋਣ ਦੀ ਸੇਵਾ ਲਵਾਂਗੇ, ਤੇ ਉਹ ਸੇਵਾ ਅਸੀਂ ਅੱਜ ਲੈ ਲਈ ਹੈ। ਸ਼ਸਤਰਧਾਰੀ ਹੋਣ ਦੀ ਸੇਵਾ ਉਦੋਂ ਤੂੰ ਕਹੀ ਸੀ ਵੀ ਮਹਾਰਾਜ ਮੇਰੇ ਕੋਲੋਂ ਕੋਈ ਸੇਵਾ ਲਓ, ਤੇ ਗੁਰੂ ਸਾਹਿਬ ਨੇ ਕਿਹਾ ਹੁਣ ਤਾਂ ਅਸੀਂ ਫਕੀਰ ਹਾਂ ਤੇ 10ਵੇਂ ਜਾਮੇ ਦੇ ਵਿੱਚ ਸਾਨੂੰ ਸੇਵਾ ਦੀ ਲੋੜ ਪੈਣੀ ਹੈ, ਤੇਰੀ ਉਦੋਂ ਸੇਵਾ ਲਵਾਂਗੇ। ਉਹ ਸੇਵਾ ਅੱਜ ਅਸੀਂ ਤੇਰੇ ਕੋਲੋਂ ਲਈ ਹੈ। ਤਬ ਪਰਖेंगे ਜਥਾ ਉਚਾਰ। ਉਦੋਂ ਅਸੀਂ ਕਿਹਾ ਸੀ ਤੇਰੀ ਤਲਵਾਰ ਦੇ ਜੌਹਰ ਪਰਖਾਂਗੇ ਅਸੀਂ 10ਵੇਂ ਜਾਮੇ ਵਿੱਚ। ਪਰਚਾ ਪ੍ਰਥਮ ਸ਼ਬਦ ਕੋ ਕੀਗਾ। ਉਹ ਸ਼ਬਦ ਦਾ ਜਿਹੜਾ ਪਰਚਾ ਸੀ ਤੈਨੂੰ ਪਹਿਲਾਂ ਅਸੀਂ ਕੀਤਾ ਹੋਇਆ। ਪਾਛੇ ਇਸ ਪ੍ਰਕਾਰ ਕਹਿੰਦੀਗਾ। ਏਦਾਂ ਤੈਨੂੰ ਇਹ ਬਚਨ ਕਹੇ ਸਨ। ਤੁਪਕ ਕਮਾਇਲ ਕਰਾਮਾਤ। ਹਾਂ, ਇਹ ਬੰਦੂਕ ਇੱਕ ਕਮਾਲ ਦੀ ਕਰਾਮਾਤ ਹੈ। ਚਿਨ ਖੈਰ ਖਿਲਸ ਜਨਾਤ। ਕਹਿੰਦੇ ਭਾਈ ਜਿਹਦੇ ਹੱਥ ਵਿੱਚ ਹੋਵੇ ਉਹਦੀ ਖੈਰ ਹੈ, ਔਰ ਜਿਸ ਦੇ ਉੱਤੇ ਚੱਲੇ ਉਹਦੇ ਵਾਸਤੇ ਕਹਿਰ ਹੈ। ਏਤੀ ਬਾਤ ਗੁਰੂ ਜਬ ਕਹੀ। ਇਹ ਬਚਨ ਜਦੋਂ ਗੁਰੂ ਕਲਗੀਧਰ ਜੀ ਨੇ ਸੈਦਾ ਬੇਗ ਨੂੰ ਕਹੇ, ਸਮਝਿਓ ਮੁਗਲ ਰਿਦੇ ਤਬ ਸਹੀ। ਇੱਕਦਮ ਇਹਨੂੰ ਸਮਝ ਆ ਗਈ, ਪੂਰਬਲੇ ਜਨਮ ਦਾ ਵੀ ਗਿਆਨ ਹੋ ਗਿਆ, ਆ ਗਈ ਸੋਝੀ ਕਿ ਕਿਵੇਂ ਗੁਰੂ ਨਾਨਕ ਸਾਹਿਬ ਨਾਲ ਮਿਲ ਕੇ ਬਚਨ ਬਿਲਾਸ ਹੋਏ ਸਨ। ਪਰਿਓ ਅਗਾਰੀ ਦੰਡ ਸਮਾਨ। ਜਿਵੇਂ ਕੋਈ ਡੰਡਾ ਡਿੱਗਦਾ ਨਾ ਜ਼ਮੀਨ ਤੇ, ਏਦਾਂ ਸਤਿਗੁਰਾਂ ਦੇ ਚਰਨਾਂ ਤੇ ਸੈਦਾ ਬੇਗ ਡਿੱਗ ਕੇ ਮੱਥਾ ਟੇਕਦਾ ਹੈ। ਰਾਖ ਰਾਖ ਮੁਝ ਪੀਰ ਮਹਾਨ। ਨਾਲੇ ਕਹਿੰਦਾ ਹੇ ਪੀਰ ਜੀ ਮੈਨੂੰ ਰੱਖ ਲਓ, ਰੱਖ ਲਓ ਮੇਰੇ ਪੀਰ ਜੀ ਮੈਨੂੰ ਰੱਖ ਲਓ। ਰਾਵਰ ਦਰਸ ਸੁਣੇ ਬਚ ਜਬ। ਤੁਹਾਡੇ ਦਰਸ਼ਨ ਤੇ ਤੁਹਾਡੇ ਬਚਨ ਜਦੋਂ ਮੈਂ ਸੁਣੇ ਤੇ ਦਰਸ਼ਨ ਕੀਤੇ ਹਨ। ਪੂਰਬ ਸਿਮਰਤ ਪੀ ਅਬ ਸਭ। ਮੈਨੂੰ ਮੇਰੇ ਪੂਰਬਲੇ ਜਨਮ ਦੀ ਸਾਰੀ ਸਿਮਰਤੀ ਆ ਗਈ ਹੈ। ਪੂਰਬਲੇ ਜਨਮ ਦਾ ਸਾਰਾ ਗਿਆਨ ਮੇਰੇ ਹਿਰਦੇ 'ਚ ਹੋ ਆਇਆ ਹੈ। ਭਈ ਸ਼ਕਤ ਮੁਝ ਬਿਖੈ ਬਿਸਾਲ। ਆਦ ਸ਼ਕਤੀ ਆਪ ਜੀ ਦੀ ਕਿਰਪਾ ਨਾਲ ਮੇਰੇ ਅੰਦਰ ਪ੍ਰਗਟ ਹੋ ਗਈ ਹੈ। ਰਖੋ ਪੀਰ ਜੀ ਲਿਹੋ ਸੰਭਾਲ। ਮਹਾਰਾਜ ਮੈਨੂੰ ਆਪਣੀ ਸ਼ਰਨ 'ਚ ਰੱਖ ਲਓ, ਪੀਰ ਜੀ ਮੈਨੂੰ ਸੰਭਾਲ ਲਓ, ਮੈਂ ਕਿਤੇ ਡਿੱਗ ਨਾ ਜਾਵਾਂ, ਡੋਲ ਨਾ ਜਾਵਾਂ। ਜਿਤਕ ਪ੍ਰਥਮ ਕੀ ਬਾਤ ਬਾਚੀ। ਜਿੰਨੀਆਂ ਆਪ ਜੀ ਨੇ ਪਹਿਲਾਂ ਦੇ ਬਚਨ ਕਹੇ ਨੇ ਪੂਰਬਲੇ ਜਨਮ ਦੇ, ਸਭ ਜਾਣੀ ਮੈਂ ਬਿਤੀ ਸੁਸਾਚੀ। ਮੈਂ ਉਹ ਸਾਰੀ ਜਾਣ ਲਈ ਹੈ। ਜੋ ਆਪ ਜੀ ਨੇ ਕਿਹਾ ਬਿਲਕੁਲ ਇਹੀ ਸੱਚ ਹੈ। ਇਹ ਧੀਰਜ ਤਬ ਪ੍ਰਭ ਟਿਕ ਰਾਖਾ। ਮਹਾਰਾਜ ਜੀ ਨੇ ਧੀਰਜ ਦੇ ਕੇ ਸੈਦਾ ਬੇਗ ਨੂੰ ਆਪਣੇ ਕੋਲ ਰੱਖ ਲਿਆ। ਜਿਸ ਕੋ ਨਿਤ ਦਰਸ਼ਨ ਅਬਲਾਖ। ਸੈਦਾ ਬੇਗ ਜੀ ਦੇ ਮਨ ਵਿੱਚ ਸਤਿਗੁਰਾਂ ਦੇ ਨਿਤ ਦਰਸ਼ਨ ਦੀ ਅਭਲਾਖਾ ਸੀ। ਮੁਗਲ ਪ੍ਰਮੋਦ ਕਣੋ ਉਰ ਪਾਇਓ। ਬੜਾ ਪ੍ਰਮੋਦ, ਬੜੀ ਖੁਸ਼ੀ ਇਹਦੇ ਮਨ ਵਿੱਚ ਹੋਈ ਮਹਾਰਾਜ ਜੀ ਦੇ ਦਰਸ਼ਨਾਂ ਦੀ। ਜੇ ਤਿਕ ਡੇਰਾ ਸਕਲ ਲੁਟਾਇਓ। ਇਹਦੇ ਨਾਲ ਦੀਆਂ ਜਿਹੜੀਆਂ ਫੌਜਾਂ ਸਨ ਉਹਨਾਂ ਨੂੰ ਆਪਣੇ ਪੁੱਤਰ ਨੂੰ ਕਿਹਾ, ਬੇਟਾ ਇਹ ਹੁਣ ਤੇਰੀ ਫੌਜ ਤੂੰ ਲੈ ਜਾ, ਮੇਰਾ ਜੀਵਨ ਇੱਥੇ ਆ ਕੇ ਹੁਣ ਸਫਲ ਹੋ ਗਿਆ, ਮੈਂ ਇੱਥੇ ਆ ਕੇ ਹੁਣ ਕਿਤੇ ਦੂਸਰੇ ਥਾਂ ਨਹੀਂ ਜਾਣਾ ਚਾਹੁੰਦਾ। ਇਹੋ ਥਾਂ ਮੈਨੂੰ ਮਿਲ ਗਿਆ ਜਿੱਥੇ ਆ ਕੇ ਮੇਰੀ ਭਟਕਣ ਮਿਟ ਗਈ ਹੈ। ਸਭ ਕਿਛ ਤਿਆਗ ਰਹਿਓ ਪ੍ਰਭ ਪਾਸ। ਆਪਣਾ ਸਾਰਾ ਡੇਰਾ ਤਿਆਗ ਕੇ ਸ਼ਸਤਰ ਵੀ ਤਿਆਗ ਦਿੱਤੇ ਨੇ। ਮਹਾਰਾਜ ਕਲਗੀਧਰ ਜੀ ਦੇ ਚਰਨਾਂ ਵਿੱਚ ਭਾਈ ਸੈਦਾ ਬੇਗ ਜੀ ਰਹਿਣ ਲੱਗੇ। ਹੋਏ ਪਰਲੋਕ ਸੁਖ ਲਾਗੀ ਆਸ। ਔਰ ਪਰਲੋਕ ਸੁਖੀ ਹੋ ਜਾਏ ਇਹ ਆਸ ਭਾਈ ਸੈਦਾ ਬੇਗ ਦੇ ਹਿਰਦੇ 'ਚ ਲੱਗ ਗਈ। ਸਗਲੇ ਤੁਰਕ ਗਏ ਜਬ ਦੂਰ। ਜਿੰਨੇ ਤੁਰਕ ਸੀ ਉਹ ਸਾਰੇ ਦੂਰ ਚਲੇ ਗਏ। ਉਤਰੇ ਡੇਰੇ ਬਿਖਾ ਹਜੂਰ। ਇਧਰ ਕਲਗੀਧਰ ਜੀ ਆਪਣੇ ਡੇਰੇ 'ਚ ਉਤਰੇ ਹਨ। ਖਾਨ ਪਾਨ ਦਾਨਾ ਤ੍ਰਿਣ ਪਾਏ। ਔਰ ਖਾਣਾ ਪੀਣਾ ਦਾਣੇ ਪੱਠੇ ਦਾ ਪ੍ਰਬੰਧ ਕੀਤਾ ਗਿਆ। ਬਸੇ ਨਿਸਾ ਪੂਰਬ ਕੀ ਥਾਏ। ਔਰ ਜਿਹੜੀ ਪਹਿਲੀ ਥਾਂ ਸੀ ਮਹਾਰਾਜ ਜੀ ਚਮਕੌਰ ਸਾਹਿਬ ਟਿਕੇ ਹੋਏ, ਉੱਥੇ ਹੀ ਆਣ ਕੇ ਉਤਰੇ, ਰਾਤ ਉੱਥੇ ਹੀ ਬਤੀਤ ਕੀਤੀ। ਭਈ ਪ੍ਰਭਾਤ ਕੂਚ ਕਰਦੀ। ਅਗਲਾ ਦਿਨ ਚੜਿਆ ਤੋਂ ਸਤਿਗੁਰੂ ਜੀ ਨੇ ਇੱਥੋਂ ਕੂਚ ਕੀਤਾ, ਚਮਕੌਰ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਚਾਲਾ ਮਾਰਿਆ। ਸੈਦਾ ਬੇਗ ਹਕਾਰਨ ਕੀ। ਸੈਦਾ ਬੇਗ ਨੂੰ ਵੀ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ। ਬਖਸ਼ੇ ਸ਼ਸਤਰ ਗੁਰੂ ਜੀ ਫੇਰ। ਮਹਾਰਾਜ ਜੀ ਨੇ ਫਿਰ ਸ਼ਸਤਰ ਬਖਸ਼ਿਆ। ਸੈਦਾ ਬੇਗ ਤੂੰ ਸ਼ਸਤਰਧਾਰੀ ਹੋ ਕੇ ਸੇਵਾ ਕਰਨ ਦੀ ਕਾਮਨਾ ਕੀਤੀ ਸੀ, ਆ ਸ਼ਸਤਰ ਰੱਖ ਆਪਣੇ ਕੋਲ।
ਸ਼ਸਤਰ ਨਹੀਂ ਤਿਆਗਣਾ। ਇਹਨੂੰ ਮਹਾਰਾਜ ਜੀ ਨੇ ਆਪ ਆਪਣੇ ਹੱਥੀਂ ਸ਼ਸਤਰ ਬਖਸ਼ੇ। ਛੱਡ ਤੁਰੰਗ ਪਰ ਮੁਦਤ ਬਡੇਰ, ਔਰ ਇੱਕ ਘੋੜਾ ਦਿੱਤਾ ਸੈਦਾ ਬੇਗ ਨੂੰ। ਆਪ ਕਲਗੀਧਰ ਸਵਾਮੀ ਘੋੜੇ ਤੇ ਸਵਾਰ ਹੋ ਕੇ ਬੜੇ ਆਨੰਦ ਨਾਲ ਚੱਲੇ ਹਨ। ਚਲਿਓ ਸੰਗ ਮਿਲ ਸਿੰਘਨ ਸਾਥ, ਸੈਦਾ ਬੇਗ ਵੀ ਨਾਲ ਚੱਲ ਪਿਆ। ਸਾਰੇ ਸਿੰਘ ਮਹਾਰਾਜ ਜੀ ਦੇ ਤਿਆਰ ਬਰ ਤਿਆਰ ਹੋ ਕੇ ਚੱਲ ਪਏ। ਗਮਨੇ ਆਨੰਦਪੁਰ ਦਿਸ਼ਨਾਥ, ਸ੍ਰੀ ਆਨੰਦਪੁਰ ਸਾਹਿਬ ਨੂੰ ਜਗਤ ਨਾਥ ਪਾਤਸ਼ਾਹ ਜੀ ਟੁਰ ਪਏ। ਸਗਲੋ ਪੰਥ ਉਲੰਘਣ ਕਰਿਓ, ਆਨੰਦਪੁਰ ਸਾਹਿਬ ਤੱਕ ਦਾ ਜਿੰਨਾ ਪੈਂਡਾ ਸੀ ਚਮਕੌਰ ਸਾਹਿਬ ਤੋਂ ਤੈਅ ਕੀਤਾ। ਧੁੰਦਬ ਸ਼ਬਦ ਸ਼ਰੋਣ ਮਹਿ ਪਰਿਓ, ਉਧਰ ਆਨੰਦਪੁਰ ਸਾਹਿਬ 'ਚ ਨਗਾਰੇ ਦੀ ਆਵਾਜ਼ ਸੁਣਾਈ ਦਿੱਤੀ। ਸੰਗਤਾਂ ਨੂੰ ਪਤਾ ਲੱਗਾ। ਪੁਰ ਜਨ ਸੁਣ ਕੇ ਬਹੁ ਅਹਿਲਾਦੇ, ਨਗਰ ਨਿਵਾਸੀ ਸੁਣ ਕੇ ਬੜੇ ਖੁਸ਼ ਹੋਏ। ਅੱਜ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਕਈ ਦਿਨਾਂ ਬਾਅਦ ਵਾਪਸ ਪਰਤੇ ਹਨ। ਲਿਖ ਸੇ ਚਾਰੋਂ ਸਾਹਿਬ ਜਾਦੇ, ਮਹਾਰਾਜ ਜੀ ਦੇ ਚਾਰੋਂ ਸਾਹਿਬਜ਼ਾਦੇ ਸਤਿਗੁਰਾਂ ਦਾ ਸਤਿਕਾਰ ਕਰਨ ਵਾਸਤੇ ਆਨੰਦਪੁਰ ਸਾਹਿਬ ਤੋਂ ਬਾਹਰ ਆਏ। ਮਿਲ ਮਾਨਵ ਸਭ ਬਹਿਰ ਪਧਾਰੇ, ਬਹੁਤ ਸਾਰੇ ਨਗਰ ਨਿਵਾਸੀ ਮਿਲ ਕੇ ਆਏ ਹਨ। ਦਰਸ਼ਨ ਕਰਤ ਬੰਦਨਾ ਤਾਰੇ, ਦਰਸ਼ਨ ਕਰਕੇ ਮਹਾਰਾਜ ਜੀ ਦੇ ਚਰਨਾਂ 'ਚ ਬੰਦਨਾ ਕੀਤੀ। ਕੁਸ਼ਲ ਪ੍ਰਸ਼ਨ ਪ੍ਰਭ ਸੰਗ ਪ੍ਰਾਤ ਗਾਏ, ਔਰ ਮਹਾਰਾਜ ਜੀ ਦੇ ਕੋਲੋਂ ਕੁਸ਼ਲ ਪ੍ਰਸੰਨਤਾ ਪੁੱਛੀ। ਮਹਾਰਾਜ ਜੀ ਨੇ ਵੀ ਸਭ ਦੀ ਕੁਸ਼ਲ ਪ੍ਰਸੰਨਤਾ ਪੁੱਛ ਕੇ ਦਇਆ ਕੀਤੀ। ਮਿਲੇ ਅਗਰ ਜੇ ਦਰਸ਼ਨ ਪਾਏ, ਜਿਹੜਾ ਵੀ ਅੱਗੇ ਆਇਆ ਸਭ ਨੇ ਆਣ ਕੇ ਮਹਾਰਾਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਸੋਹਣੇ ਸਰੂਪ ਦੇ ਦਰਸ਼ਨ ਦਿਦਾਰੇ ਕੀਤੇ। ਅਨੇਕ ਬਿਦਨ ਕੀ ਅਰਪ ਉਪਾਇਨ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕੀਤੀਆਂ। ਪਰਸਤ ਸ਼੍ਰੀ ਸਤਿਗੁਰ ਕੇ ਪਾਇਨ, ਦੇਵ ਦੇ ਸੋਹਣੇ ਪਵਿੱਤਰ ਚਰਨ ਕਮਲਾਂ ਨੂੰ ਗੁਰਸਿੱਖ ਪਰਸਦੇ ਹਨ। ਅਗਰ ਆਏ ਸਭ ਮਿਲ ਨਰ ਹਰਖੇ, ਜਿੰਨੇ ਨਰ ਨਾਰੀਆਂ ਸਭ ਅੱਗੇ ਆ ਕੇ ਕਲਗੀਧਰ ਜੀ ਨੂੰ ਮਿਲ ਕੇ ਪ੍ਰਸੰਨ ਹੋਏ। ਔਰ ਮੈਂ ਬਰੇ ਪ੍ਰਸ਼ਮ ਗਨ ਬਰਖੇ, ਸਾਰੀ ਸੰਗਤ ਨੂੰ ਨਾਲ ਲੈ ਕੇ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ 'ਚ ਪ੍ਰਵੇਸ਼ ਕੀਤਾ। ਫੁੱਲਾਂ ਦੀ ਵਰਖਾ ਗੁਰਸਿੱਖ ਮਹਾਰਾਜ ਜੀ ਤੇ ਕਰਦੇ ਹਨ। ਗਏ ਤੁਰੰਗਮ ਪੰਥ ਬਜ਼ਾਰੇ, ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਆਨੰਦਪੁਰ ਸਾਹਿਬ ਦੇ ਬਾਜ਼ਾਰਾਂ 'ਚੋਂ ਗਲੀਆਂ 'ਚੋਂ ਗੁਜ਼ਰ ਰਹੇ ਨੇ, ਲੰਘ ਰਹੇ ਨੇ। ਸਗਰੇ ਨਰ ਬੰਧਨ ਕਹੁ ਤਾਰੇ, ਬਹੁਤ ਸਾਰੇ ਨਰ ਜੀਵਾਂ ਨੂੰ ਮਹਾਰਾਜ ਜੀ ਨੇ ਤਾਰਿਆ ਉਧਾਰਿਆ ਹੈ। ਉਤਰ ਪਰੇ ਨਿਜ ਮੰਦਰ ਗਏ, ਮਹਾਰਾਜ ਜੀ ਆਪਣਿਆਂ ਮਹਿਲਾਂ 'ਚ ਗੁਰੂ ਕੇ ਮਹਿਲਾਂ ਵਿੱਚ ਜਾ ਕੇ ਉਤਰੇ ਹਨ। ਪ੍ਰਥਮ ਮਾਤ ਕੋ ਬੰਧਨ ਕਏ, ਜਾ ਕੇ ਪਹਿਲਾਂ ਆਪਣੇ ਸਤਿਕਾਰਯੋਗ ਮਾਤਾ ਗੁਜਰੀ ਜੀ ਨੂੰ ਮੱਥਾ ਟੇਕਿਆ। ਆਸ਼ਿਕ ਦੇ ਸਿਰ ਪਰ ਕਰ ਫੇਰਾ, ਮਾਤਾ ਜੀ ਨੇ ਆਸ਼ੀਰਵਾਦ ਦੇ ਕੇ ਸਿਰ ਤੇ ਹੱਥ ਫੇਰਿਆ ਕਲਗੀਧਰ ਜੀ ਦੇ। ਸ੍ਰੀ ਗੁਜਰੀ ਔਰ ਆਨੰਦ ਬਡੇਰਾ, ਧੰਨ ਮਾਤਾ ਗੁਜਰੀ ਜੀ ਜਿਨ੍ਹਾਂ ਦੇ ਹਿਰਦੇ 'ਚ ਵੱਡਾ ਭਾਰੀ ਆਨੰਦ ਹੈ। ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਕਰਕੇ ਹਿਰਦੇ ਵਿੱਚ ਵੱਡਾ ਆਨੰਦ ਹੈ। ਬੈਠਣ ਕੇ ਸਾਥਨ ਪੁਨ ਗਏ, ਔਰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਿੱਥੇ ਬੈਠਕ ਹੈ, ਜਿੱਥੇ ਸਾਹਿਬ ਜੀ ਜਾ ਕੇ ਬੈਠਦੇ ਨੇ, ਉੱਥੇ ਗਏ। ਚਿਰ ਪ੍ਰਿਅੰਕ ਡਸਾਵਣ ਕਏ, ਬੜਾ ਸੋਹਣਾ ਪਲੰਗ ਮਹਾਰਾਜ ਜੀ ਦਾ ਵਿਛਿਆ ਹੋਇਆ ਸਤਿਗੁਰਾਂ ਦੇ ਬੈਠਣ ਲਈ। ਦਿਨ ਕੇ ਤਿਕਪੁਰ ਬਸੇ ਗੁਸਾਈ, ਏਦਾਂ ਮਹਾਰਾਜ ਜੀ ਕੁਝ ਦਿਨ ਇੱਥੇ ਇਸੇ ਤਰ੍ਹਾਂ ਨਿਵਾਸ ਰੱਖਿਆ। ਆਨੰਦਪੁਰ ਸਾਹਿਬ 'ਚ ਟਿਕਾਣਾ ਰੱਖਿਆ। ਸੰਗਤ ਚਲੀ ਆਏ ਸੁਮਦਾਈ, ਬੇਅੰਤ ਸੰਗਤਾਂ ਜਿਨ੍ਹਾਂ ਨੂੰ ਖਬਰ ਹੋਈ ਕਿ ਸਤਿਗੁਰੂ ਆ ਗਏ ਨੇ ਆਨੰਦਪੁਰ ਸਾਹਿਬ, ਤੋਂ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਬੇਅੰਤ ਮਾਈ ਭਾਈ ਦੂਰੋਂ ਦਰੇਡਿਓਂ ਚੱਲ ਕੇ ਗੁਰਦੇਵ ਦੇ ਦਰਸ਼ਨਾਂ ਨੂੰ ਆਉਣ ਲੱਗੇ। ਦਰਸ਼ਨ ਕਰੇ ਕਾਮ ਨਾ ਪਾਵੇ, ਜਿਹੜਾ ਵੀ ਆ ਕੇ ਦਰਸ਼ਨ ਦਿਦਾਰੇ ਕਰਦਾ ਹੈ ਉਹਨਾਂ ਦੀਆਂ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ ਹੈ। ਬਸੇ ਨਿਕਟ ਪੁਨ ਸਦਨ ਸਦਾਵੇ, ਮਹਾਰਾਜ ਜੀ ਦੇ ਕੋਲ ਵਸ ਕੇ ਗੁਰਦੇਵ ਕੋਲੋਂ ਫਿਰ ਆਗਿਆ ਲੈ ਕੇ ਘਰਾਂ ਨੂੰ ਪਰਤਦੇ ਹਨ। ਦੋਹਰਾ ਸੈਦ ਬੇਗ ਤੇ ਸਭ ਸੁਣਿਓ, ਗਿਰੀਸ਼ਵਰਨ ਬਿਰਤਾਂਤ। ਉਧਰ ਪਹਾੜੀ ਰਾਜਿਆਂ ਨੂੰ ਖਬਰ ਹੋਈ ਕਿ ਜਿਹਨੂੰ ਅਸੀਂ ਗੁਰੂ ਜੀ ਨਾਲ ਲੜਾਣ ਭੇਜਿਆ ਸੀ ਉਹ ਤਾਂ ਸਤਿਗੁਰਾਂ ਦਾ ਸੇਵਕ ਬਣ ਗਿਆ। ਸੈਦਾ ਵੇਗ ਵੀ ਆ ਤਾਂ ਉਲਟਾ ਕੰਮ ਹੋ ਗਿਆ, ਵੀ ਉਹ ਤਾਂ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਸ਼ਰਧਾਲੂ ਬਣ ਗਿਆ। ਪਹਾੜੀ ਰਾਜਿਆਂ ਨੂੰ ਸੁਣ ਕੇ ਪਿੱਸੂ ਪੈਣ ਲੱਗੇ। ਸੈਨ ਗੁਰੂ ਪਰ ਦਰਬ ਦੇ ਲਿਆਏ ਲਰਨ ਪ੍ਰਿਆਤ, ਵੀ ਅਸੀਂ ਤਾਂ ਯਤਨ ਕੀਤਾ ਸੀ, ਸੈਨਾ ਦੇ ਪੈਸਾ ਲਾ ਕੇ ਗੁਰੂ ਜੀ ਤੇ ਚੜਾ ਕੇ ਲਿਆਂਦਾ ਸੀ। ਹੁਣ ਉਹ ਸੈਦਾ ਬੇਗ ਤਾਂ ਗੁਰੂ ਜੀ ਨੂੰ ਇਹ ਵੀ ਦੱਸੇਗਾ
ਕਿ ਸਾਨੂੰ ਪਹਾੜੀ ਰਾਜਿਆਂ ਨੇ ਲਾਲਚ ਦੇ ਕੇ ਤੁਹਾਡੇ ਨਾਲ ਲੜਨ ਭੇਜਿਆ ਸੀ। ਅਸੀਂ ਤਾਂ ਚਾਹੁੰਦੇ ਸੀ ਵੀ ਚਲੋ ਚੋਰੀ ਛਿਪੇ ਕੰਮ ਹੋ ਜਾਏਗਾ। ਤੋ ਇਸ ਪ੍ਰਕਾਰ ਪਹਾੜੀਏ ਬੜੇ ਪਰੇਸ਼ਾਨ ਹਨ। ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਇਆਨੰਦ ਸੁਆਮੀ ਜੀ ਦਾ ਸੁਜਾਸ ਤੇ ਸੋਭਾ ਦਿਨ ਪ੍ਰਤੀ ਦਿਨ ਪ੍ਰਗਟ ਹੋ ਰਹੀ ਹੈ। ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਨੂੰ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਪਲ ਭਾਗ ਪਿਆ ਹਰ ਸੰਭਲ ਕੇ, ਪਲ ਭਾਗ ਪਿਆ ਹਰ ਸੰਭਲ ਕੇ। ਪਲ ਪਿਆ ਹਰ ਸੰਭਲ ਕੇ, ਭਾਗ ਪਿਆ ਹਰ ਸੰਭਲ ਕੇ। ਹਰ ਜੂ ਹਰ ਮੰਦਰ ਆਵਹਿੰਗੇ, ਹਰ ਜੂ ਹਰ ਮੰਦਰ ਆਵਹਿੰਗੇ। ਜੋ ਹਰ ਮੰਦਰ ਆਵੇਂਗੇ, ਜੋ ਹਰ ਮੰਗਲ ਆਵੇਂਗੇ। ਹਰ ਜੂ ਹਰ ਮੰਦਰ ਆਵਹਿੰਗੇ, ਹਰ ਜੂ ਹਰ ਮੰਦਰ ਆਵਹਿੰਗੇ। ਜੋ ਹਰ ਮੰਦਰ ਆਵੇਂਗੇ, ਹਰ ਜੋ ਹਰ ਮੰਦਰ ਆਵੇਂਗੇ। ਵਾਹਿਗੁਰੂ 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 ਵਾਹਿਗੁਰੂ। ਏ ਅਚੁੱਤ ਹੈ ਪਾਰ ਬ੍ਰਹਮ, ਅਵਨਾਸੀ ਅਵਨਾਸ। ਏ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਏ ਸੰਗੀ ਹੈ ਨਿਰੰਕਾਰ, ਏ ਨਿਰਗੁਣ ਸਭ ਟੇਕ। ਏ ਗੋਬਿੰਦ ਹੈ ਗੁਣ ਨਿਧਾਨ, ਰਾਖੈ ਸਦਾ ਬਵੇਕ। ਏ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਏ ਸੰਤਹ ਕੈ ਸਦਾ ਸੰਗ, ਦਾਰਾ ਆਧਾਰ। ਏ ਠਾਕੁਰ ਹੋਂ ਦਾਸਰੋ, ਹੈ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮਦਾਨ, ਰਾਖੋ ਹੀਗਾ ਪਰੋਏ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰਿ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ। ਗੁਰ ਪਾਰਿ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।